हाँ जी दोस्तों, स्वागत है थोड़ा साਰਿਆਂ ਦਾ ਤੁਹਾਡੇ ਆਪਣੇ YouTube ਚੈਨਲ 'ਤੇ। ਸੋ ਦੋਸਤੋ ਅੱਜ ਤੁਹਾਡੇ ਲਈ ਇੱਕ ਹੋਰ ਸਪੈਸ਼ਲ ਵੀਡੀਓ ਲੈ ਕੇ ਆਏ, ਜਿਵੇਂ ਕਿ ਇਸ ਤੋਂ ਪਹਿਲਾਂ ਪਾਰਟ 1 ਆਪਾਂ ਨੇ ਕੀਤਾ ਸੀਗਾ ਸਤੰਬਰ ਮਹੀਨੇ ਦੇ ਇੰਪੋਰਟੈਂਟ ਕਰੰਟ ਅਫੇਅਰ। ਠੀਕ ਹੈ, ਸੋ ਇੱਕ ਰਿਵੀਜ਼ਨ ਕਲਾਸ ਹੋਏਗੀ ਜੀ। ਜਿੰਨੇ ਵੀ ਇੰਪੋਰਟੈਂਟ ਕਰੰਟ ਅਫੇਅਰ ਬਣਨਗੇ ਸਤੰਬਰ ਮੰਥ ਦੇ ਸਾਰੇ ਆਪਾਂ ਕਵਰ ਕਰਾਂਗੇ। ਠੀਕ ਹੈ, ਇਸ ਤੋਂ ਪਹਿਲਾਂ ਪਾਰਟ 1 ਆਪਾਂ ਕਰ ਚੁੱਕੇ ਹਾਂਗੇ। ਅਗਰ ਤੁਹਾਨੂੰ ਵੀਡੀਓ ਨਹੀਂ ਦੇਖੀ ਤਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਉਹਦਾ ਲਿੰਕ ਵੀ ਮਿਲ ਜਾਏਗਾ, ਤਾਂ ਤੁਸੀਂ ਉਹ ਵੀ ਦੇਖ ਸਕਦੇ ਹੋਗੇ। ਬਾਕੀ ਸੈਕਿੰਡ ਪਾਰਟ ਹੈਗਾ, ਇਹ ਅੱਧੀਆਂ ਕਰੰਟ ਅਫੇਅਰ ਨਿਊਜ਼ ਆਪਾਂ ਨੇ ਪਹਿਲਾਂ ਕਵਰ ਕੀਤੀਆਂ ਸੀ ਔਰ ਉਸ ਤੋਂ ਬਾਅਦ ਜਿਹੜੀਆਂ ਅੱਜ ਆਪਾਂ ਕਵਰ ਕਰਾਂਗੇ। ਠੀਕ ਹੈ, ਸੋ ਬਿਨਾਂ ਕਿਸੇ ਦੇਰੀ ਤੋਂ ਅੱਜ ਦੀ ਕਲਾਸ ਆਪਾਂ ਸ਼ੁਰੂ ਕਰਦੇ ਹਾਂ ਜੀ। ਸਭ ਤੋਂ ਪਹਿਲੇ ਪ੍ਰਸ਼ਨ ਤੋਂ ਆਪਣੇ ਤੋਂ, ਹੂ ਹੈਜ਼ ਰਿਟਨ ਅ ਬੁੱਕ ਕਾਲਡ ਜੁਡੀਸ਼ਰੀ ਜੱਜ ਐਂਡ ਐਡਮਿਨਿਸਟ੍ਰੇਸ਼ਨ ਆਫ ਜਸਟਿਸ। ਕਿਸ ਨੇ ਜੁਡੀਸ਼ਰੀ ਜੱਜ ਐਂਡ ਐਡਮਿਨਿਸਟ੍ਰੇਸ਼ਨ ਆਫ ਜਸਟਿਸ ਨਾਂ ਦੀ ਕਿਤਾਬ ਨੂੰ ਲਿਖਿਆ ਹੈ? ਤਾਂ ਇਸ ਨੂੰ ਲਿਖਿਆ ਜੀ ਆਰ ਭਾਨੂਮਤੀ ਦੇ ਦੁਆਰਾ। ਠੀਕ ਹੈ, ਧਿਆਨ ਵਿੱਚ ਰੱਖਣਾ ਆਰ ਭਾਨੂਮਤੀ ਹੈ ਜਿਹੜੀ, ਇਹ ਵੀ ਪਹਿਲਾਂ ਸੁਪਰੀਮ ਕੋਰਟ ਦੀ ਜੱਜ ਰਹਿ ਚੁੱਕੀ ਆਪ ਵੀ। ਸੋ ਇਹਨਾਂ ਦੁਆਰਾ ਇਸ ਬੁੱਕ ਨੂੰ ਹੁਣ ਲਿਖਿਆ ਗਿਆ ਗਾ। ਬਾਕੀ ਆਪਸ਼ਨ ਬੀ ਵਿੱਚ ਰਾਮ ਚੰਦਰਾ ਗੁਹਾ ਬਾਰੇ ਆਪਾਂ ਨੇ ਪੜ੍ਹਿਆ ਸੀ 1-2 ਦਿਨ ਪਹਿਲਾਂ ਹੀ। ਇਹਨਾਂ ਨੇ ਕਾਮਨਵੈਲਥ ਆਫ ਕ੍ਰਿਕਟ ਬੁੱਕ ਨੂੰ ਲਿਖਿਆ ਗਾ। ਠੀਕ ਹੈ, ਧਿਆਨ ਵਿੱਚ ਰੱਖਣਾ ਇਹਨਾਂ ਨਾਲ ਵੀ। ਗੱਲ ਕਰਦੇ ਹਾਂ ਜਿਹੜੇ ਨੈਕਸਟ ਕੁਐਸਚਨ ਬਾਰੇ। ਹੂ ਵਾਜ ਅਵਾਰਡਡ ਦੀ ਗੁਰੂ ਕੇਲੂਚਰਨ ਮੋਹਪਾਤਰਾ ਅਵਾਰਡ 2020। ਕਿਸ ਨੂੰ ਗੁਰੂ ਕੇਲੂਚਰਨ ਮੋਹਪਾਤਰਾ ਅਵਾਰਡ 2020 ਨਾਲ ਨਿਵਾਜਿਆ ਗਿਆ ਹੈ? ਤਾਂ ਇਹਨਾਂ ਨਾਲ ਜੀ ਰਾਜ ਗੋਪਾਲ ਮਿਸ਼ਰਾ। ਠੀਕ ਹੈ ਨਾ, ਰਾਜ ਗੋਪਾਲ ਮਿਸ਼ਰਾ ਨੂੰ ਦਿੱਤਾ ਗਿਆ ਔਰ ਇਹ ਉੜੀਸਾ ਸਟੇਟ ਦੇ ਦੁਆਰਾ ਅਵਾਰਡ ਜਿਹੜਾ ਦਿੱਤਾ ਗਿਆ ਹੈ। ਰਾਜ ਗੋਪਾਲ ਮਿਸ਼ਰਾ ਦੀ ਗੱਲ ਕਰੀਏ ਕੌਣ ਨੇ, ਇਹ ਇੱਕ ਸਿਨੇਮੈਟੋਗ੍ਰਾਫਰ ਹੈਗੇ ਨੇਗੇ ਔਰ ਇਹਨਾਂ ਦਾ ਉੜੀਆ ਸਿਨੇਮਾ ਦੇ ਵਿੱਚ ਮਹੱਤਵਪੂਰਨ ਯੋਗਦਾਨ ਦੇਖਦੇ ਹੋਏ ਇਹਨਾਂ ਨੂੰ ਇਹ ਅਵਾਰਡ ਦਿੱਤਾ ਗਿਆ ਜੀ ਉੜੀਸਾ ਸਟੇਟ ਦੇ ਵੱਲੋਂ। ਠੀਕ ਹੈ, ਸੋ ਇਹਨਾਂ ਦਾ ਨਾਮ ਧਿਆਨ ਵਿੱਚ ਰੱਖਿਓ। ਬਾਕੀ ਆਪਸ਼ਨ ਨੰਬਰ ਬੀ ਵਿੱਚ ਡੇਵਿਡ ਐਟਨਬਰਗ ਦਾ ਨਾਮ ਜ਼ਰੂਰ ਧਿਆਨ ਵਿੱਚ ਰੱਖਣਾ, ਕਿਉਂਕਿ ਇਹਨਾਂ ਨੂੰ ਆਪਾਂ ਨੇ ਪੜ੍ਹਿਆ ਵੀ ਸੀਗਾ। ਇੰਦਰਾ ਗਾਂਧੀ ਪੀਸ ਪ੍ਰਾਈਜ਼ ਦਿੱਤਾ ਗਿਆ ਰੀਸੈਂਟ ਦੇ ਵਿੱਚ। ਔਰ ਇਸ਼ਿਕਾ ਚੌਧਰੀ ਦੀ ਗੱਲ ਕਰੀਏ ਆਪਸ਼ਨ ਨੰਬਰ ਡੀ ਦੇ ਵਿੱਚ ਪਿਆ ਗਾ, ਤਾਂ ਇਹਨਾਂ ਨੂੰ ਏਕਲਵਿਆ ਪੁਰਸਕਾਰ ਦਿੱਤਾ ਗਿਆ ਸੀਗਾ MP ਦੀ ਸਰਕਾਰ ਦੁਆਰਾ, ਜਾਣੀ ਕਿ ਮੱਧ ਪ੍ਰਦੇਸ਼ ਗੌਰਮੈਂਟ ਨੇ ਦਿੱਤਾ ਸੀਗਾ। ਸੋ ਗੱਲ ਕਰਦੇ ਹਾਂ ਜਿਹੜੇ ਨੈਕਸਟ ਕੁਐਸਚਨ ਬਾਰੇ ਜੀ। ਹੂ ਵਾਜ ਸਿਲੈਕਟਡ ਐਜ਼ ਦੀ ਪ੍ਰੋਫੈਸ਼ਨਲ ਪਲੇਅਰ ਆਫ ਦੀ ਈਅਰ ਬਾਈ ਦੀ ਪ੍ਰੋਫੈਸ਼ਨਲ ਫੁੱਟਬਾਲਰ ਐਸੋਸੀਏਸ਼ਨ ਫॉर ਦੀ ਈਅਰ 2020। ਕਿਸ ਨੂੰ ਸਾਲ ਦੇ ਪ੍ਰੋਫੈਸ਼ਨਲ ਖਿਡਾਰੀ 2020 ਵਜੋਂ ਪ੍ਰੋਫੈਸ਼ਨਲ ਫੁੱਟਬਾਲਰ ਐਸੋਸੀਏਸ਼ਨ ਦੁਆਰਾ ਚੁਣਿਆ ਗਿਆ? ਦੇਖੋ ਇਹ ਨਾ ਪ੍ਰੋਫੈਸ਼ਨਲ ਪਲੇਅਰ ਆਫ ਦੀ ਈਅਰ ਚੁਣਦੇ ਹੁੰਦੇ ਨੇ ਹਰ ਸਾਲ। ਕੌਣ ਚੁਣਦਾ ਹੁੰਦਾ ਗਾ? ਪ੍ਰੋਫੈਸ਼ਨਲ ਫੁੱਟਬਾਲਰ ਐਸੋਸੀਏਸ਼ਨ ਦੇ ਦੁਆਰਾ। ਠੀਕ ਹੈ ਨਾ, ਔਰ ਇਸ ਦੇ ਵੱਲੋਂ ਇੱਕ ਮੇਲ ਖਿਡਾਰੀ ਨੂੰ ਚੁਣਿਆ ਜਾਂਦਾ ਔਰ ਇੱਕ ਫੀਮੇਲ ਨੂੰ। ਔਰ ਇਸ ਵਾਰ ਜਿਹੜਾ 2020 ਵਿੱਚ ਕੈਵਨ ਦੀ ਬਰੂਨੋ, ਠੀਕ ਹੈ, ਕੈਵਨ ਦੀ ਬਰੂਨੋ ਇਹ ਮੇਲ ਦੇ ਵਿੱਚ ਇਹਨਾਂ ਨੂੰ ਚੁਣਿਆ ਗਿਆ ਗਾ। ਔਰ ਅਗਰ ਆਪਾਂ ਇਹਨਾਂ ਦੀ ਗੱਲ ਕਰੀਏ ਤਾਂ ਮੈਨਚੈਸਟਰ ਸਿਟੀ ਦੇ ਮਿਡਫੀਲਡਰ ਹੈਗੇ ਨੇ ਇੱਕ। ਠੀਕ ਹੈ ਨਾ, ਤਾਂ ਮੇਲ ਦੇ ਵਿੱਚ ਤਾਂ ਅੱਛਾ ਇਹਨਾਂ ਨੂੰ ਚੁਣਿਆ ਗਿਆ। ਔਰ ਫੀਮੇਲ ਦੇ ਵਿੱਚ ਜਿਹਦਾ ਨਾਂ ਹੈਗਾ ਜੀ ਆਪਸ਼ਨ ਨੰਬਰ ਏ ਵਿੱਚ ਤੁਸੀਂ ਦੇਖ ਸਕਦੇ ਹੋ ਬੈਥਨੀ ਇੰਗਲੈਂਡ। ਠੀਕ ਹੈ ਨਾ, ਇਹਨਾਂ ਦਾ ਨਾਮ ਫੀਮੇਲ ਦੇ ਵਿੱਚ ਚੁਣਿਆ ਗਿਆ ਹੈਗਾ ਗਾ। ਸੋ ਦੋਨਾਂ ਦਾ ਨਾਮ ਧਿਆਨ ਵਿੱਚ ਰੱਖਣਾ, ਪ੍ਰੋਫੈਸ਼ਨਲ ਪਲੇਅਰ ਆਫ ਦੀ ਈਅਰ ਵਜੋਂ ਇਹਨਾਂ ਨੂੰ ਚੁਣਿਆ ਗਿਆ ਹੈ। ਗੱਲ ਕਰਦੇ ਹਾਂ ਅੱਜ ਦੇ ਨੈਕਸਟ ਕੁਐਸਚਨ ਬਾਰੇ ਜੀ। ਵਿਚ ਸਟੇਟ ਗੌਰਮੈਂਟ ਸਟਾਰਟਡ ਦੀ YSR ਆਸਰਾ ਸਕੀਮ। ਕਿਸ ਰਾਜ ਸਰਕਾਰ ਨੇ YSR ਆਸਰਾ ਸਕੀਮ ਦੀ ਸ਼ੁਰੂਆਤ ਕੀਤੀ ਹੈ? ਤਾਂ ਲਗਭਗ ਤੁਸੀਂ ਸਮਝ ਗਏ ਹੋਵੋਗੇ ਜੀ। YSR ਸਮਝ ਲਓ, ਜਿੱਥੇ YSR ਲਿਖਿਆ ਮਿਲ ਜੇ ਤਾਂ ਆਂਧਰਾ ਪ੍ਰਦੇਸ਼ ਰਾਈਟ ਆਂਸਰ ਹੈਗਾ ਗਾ। ਠੀਕ ਹੈ, ਤਾਂ ਬਿਲਕੁਲ ਆਂਧਰਾ ਪ੍ਰਦੇਸ਼ ਦੇ ਜਿਹੜੇ CM ਨੇਗੇ ਜਗਨ ਮੋਹਨ ਰੈੱਡੀ ਸਾਹਿਬ, ਉਹਨਾਂ ਦੁਆਰਾ ਇਸ ਸਕੀਮ ਦੀ ਸ਼ੁਰੂਆਤ ਕੀਤੀ ਗਈ ਆ। ਔਰ ਇਹ ਸਕੀਮ ਆਂਧਰਾ ਪ੍ਰਦੇਸ਼ ਦੀਆਂ ਜਿਹੜੀਆਂ ਔਰਤਾਂ ਨੇ ਉਹਨਾਂ ਵਾਸਤੇ ਹੈਗੀ। ਦੇਖੋ ਆਂਧਰਾ ਪ੍ਰਦੇਸ਼ ਵਿੱਚ ਜਿਹੜੀਆਂ ਔਰਤਾਂ ਨੇ ਸੈਲਫ ਹੈਲਪ ਗਰੁੱਪ ਦੇ ਤਹਿਤ ਲੋਨ ਲਿਆ ਹੋਇਆ ਸੀ ਨਾ, ਤਾਂ ਉਹਨਾਂ ਦਾ ਲੋਨ ਹੁਣ ਸਰਕਾਰ ਮਾਫ ਕਰਨ ਜਾ ਰਹੀ ਹੈਗੀ। ਔਰ ਸਰਕਾਰ ਵੱਲੋਂ ਆਂਧਰਾ ਪ੍ਰਦੇਸ਼ ਵੱਲੋਂ 6345.8 ਕਰੋੜ ਰੁਪਇਆ ਇਸ ਸਕੀਮ ਵਾਸਤੇ ਜਾਰੀ ਵੀ ਕਰ ਦਿੱਤਾ ਹੈਗਾ ਗਾ। ਠੀਕ ਹੈ, ਬਸ ਇਹ ਧਿਆਨ ਵਿੱਚ ਰੱਖਣਾ ਵੀ ਸਕੀਮ ਕਿਹੜੇ ਸਟੇਟ ਦੇ ਆ, ਤਾਂ ਆਂਧਰਾ ਪ੍ਰਦੇਸ਼ ਦੀ ਇਹ ਸਕੀਮ ਹੈਗੀ। ਬਾਕੀ ਆਂਧਰਾ ਪ੍ਰਦੇਸ਼ ਦੇ ਕੈਪੀਟਲਾਂ ਜ਼ਰੂਰ ਧਿਆਨ ਵਿੱਚ ਰੱਖਣੇ ਇੰਪੋਰਟੈਂਟ ਨੇ। ਅਮਰਾਵਤੀ ਕੈਪੀਟਲ ਹੈਗੀ ਆਂਧਰਾ ਪ੍ਰਦੇਸ਼ ਦੀ, ਲੈਜਿਸਲੇਟਿਵ ਕੰਮ ਹੁੰਦੇ ਨੇ। ਵਿਸ਼ਾਖਾਪਟਨਮ ਜਿਹੜੀ ਕੈਪੀਟਲ ਐਡਮਿਨਿਸਟ੍ਰੇਟਿਵ ਕੈਪੀਟਲ ਹੈ। ਔਰ ਇਸ ਤੋਂ ਇਲਾਵਾ ਕੁਰਨੂਲ ਕੈਪੀਟਲ ਹੈ ਜਿਹੜੀ, ਇੱਥੇ ਇਹ ਜੁਡੀਸ਼ੀਅਲ ਕੈਪੀਟਲ ਇਹਨਾਂ ਦੀ ਹੈਗੀ ਆ। ਤਿੰਨੇ ਕੈਪੀਟਲਾਂ ਦਾ ਨਾਮ ਧਿਆਨ ਵਿੱਚ ਜ਼ਰੂਰ ਰੱਖਿਓ। ਬਾਕੀ ਗੱਲ ਆਂਧਰਾ ਪ੍ਰਦੇਸ਼ ਦੀ ਕਰਦੇ ਹਾਂ, ਕੁਝ ਜਿਹੜੀਆਂ ਸਕੀਮਾਂ ਨੇ ਜਾਂ ਕਰੰਟ ਅਫੇਅਰ ਨਿਊਜ਼ ਨੇ ਉਹ ਦੇਖ ਲੈਂਦੇ ਹਾਂ ਆਪਾਂ 1 ਮਿੰਟ 'ਚ। ਸਭ ਤੋਂ ਪਹਿਲਾਂ ਯਾਦ ਰੱਖਣਾ ਆਂਧਰਾ ਪ੍ਰਦੇਸ਼ ਨਾ ਵਪਾਰ ਸੁਧਾਰ ਕਾਰਜ ਯੋਜਨਾ 2019 ਦੀ ਰੈਂਕਿੰਗ ਜਾਰੀ ਹੋਈ ਸੀਗੀ ਔਰ ਇਸ ਦੇ ਵਿੱਚ ਆਂਧਰਾ ਪ੍ਰਦੇਸ਼ ਟੌਪ 'ਤੇ ਰਿਹਾ ਗਾ। ਠੀਕ ਹੈ, ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼ ਵਿੱਚ YSR ਸੰਪੂਰਨ ਨਿਊਟ੍ਰੀਸ਼ਨ ਯੋਜਨਾ ਲਾਗੂ ਕੀਤੀ ਸੀ ਆਂਧਰਾ ਪ੍ਰਦੇਸ਼ ਨੇ। ਇਸ ਤੋਂ ਇਲਾਵਾ YSR ਕਾਪੂ ਨੇਸਤਮ ਸਕੀਮ ਵੀ ਲਾਂਚ ਕੀਤੀ ਸੀ ਜੀ ਆਂਧਰਾ ਪ੍ਰਦੇਸ਼ ਨੇ। ਔਰ ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼ ਵਿੱਚ ਹੀ ਰਾਈਤੂ ਭਰੋਸਾ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਸੀ। ਆਂਧਰਾ ਪ੍ਰਦੇਸ਼ ਸਟੇਟ ਨੇ ਹੀ ਮੋਬਾਈਲ ਹੈਂਡ ਵਾਸ਼ ਸੁਵਿਧਾ ਨੂੰ ਵੀ ਲਾਂਚ ਕੀਤਾ ਸੀ ਜੀ। ਔਰ ਇਸ ਤੋਂ ਇਲਾਵਾ ਫਲਾਂ ਦੇ ਉਤਪਾਦਨ ਵਿੱਚ ਗੱਲ ਕਰੀਏ ਤਾਂ 2018-19 ਦੇ ਅਕੋਰਡਿੰਗ ਇੱਕ ਰਿਪੋਰਟ ਤਿਆਰ ਕੀਤੀ ਗਈ ਹੈ ਹੁਣ ਆਪਣੇ ਐਗਰੀਕਲਚਰ ਮਿਨਿਸਟਰੀ ਦੁਆਰਾ। ਉਹਨਾਂ ਦੇ ਅਕੋਰਡਿੰਗ ਫਲਾਂ ਦੇ ਉਤਪਾਦਨ ਵਿੱਚ ਸਭ ਤੋਂ ਪਹਿਲੇ ਨੰਬਰ 'ਤੇ ਆਂਧਰਾ ਪ੍ਰਦੇਸ਼ ਆਪਣੇ ਇੰਡੀਆ ਦੇ ਵਿੱਚੋਂ। ਠੀਕ ਹੈ, ਔਰ ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼ ਨੇ ਹੀ ਗੁੰਮਸ਼ੁਦਾ ਬੱਚਿਆਂ ਦੀ ਤਲਾਸ਼ ਵਾਸਤੇ
ऑपरेशन मुस्कान भी लॉन्च किया सीगा, ध्यान विच रखना जी। और इस तो इलावा आंध्र प्रदेश स्टेट ने ही ई रक्षा बंधन प्रोग्राम भी लॉन्च किया सीगा, ताकि ਜਿਹੜੇ ਬੱਚੇ और वूमेंस ने ਗਿਆ ਉਹਨਾਂ ਨੂੰ साइबर क्राइम तो बचाया जा सके इस ई रक्षा बंधन प्रोग्राम के तहत, ठीक है। और इस तो इलावा आंध्र प्रदेश में एप्लीकेशनों की गल करिए तो कोविड फार्मा ऐप और इस तो इलावा सी मैप नाम की एक एप्लीकेशन भी लॉन्च किया गया सीगा, ठीक है। सो सारिया न्यूज़ आंध्र प्रदेश दियां ने, ध्यान में जरूर रखनिया, इंपोर्टेंट हैगियां ने। गल करते हैं जी नैक्सट क्वेश्चन बारे जी। टू इंश्योर 100% रूरल कवरेज ऑफ पोस्टल स्कीम्स लॉन्च बाय द डिपार्टमेंट ऑफ पोस्ट नेम दी स्कीम। देखो गल की है ना, अपना जो डाक विभाग है इंडिया का, ਉਹਦੇ ਦੁਆਰਾ ਹੁਣ ਇੱਕ ਸਕੀਮ ਲਾਂਚ ਕੀਤੀ ਗਿਆ। ਇਸ ਸਕੀਮ ਦਾ ਨਾਮ ਹੈਗਾ 5 ਸਟਾਰ ਵਿਲੇਜ ਸਕੀਮ, ਠੀਕ ਹੈ ਨਾ। ਇਸ ਦੇ ਵਿੱਚ ਕੀ ਹੋਵੇਗਾ, ਆਪਣੇ ਭਾਰਤ ਦੇ ਜਿਹੜੇ ਵੀ ਪਿੰਡ ਹੈਗੇ ਨੇ ਸਾਰੇ ਕੱਲੇ ਪਿੰਡ ਤੱਕ ਇਹ ਡਾਕ ਵਿਭਾਗ ਵਾਲੇ ਪਹੁੰਚ ਕਰਨਗੇ। ਅਗਰ ਕੋਈ ਵੀ ਡਾਕ ਵਿਭਾਗ ਦੀ ਸੇਵਾ ਆਉਂਦੀ ਹੈਗੀ, ਸਕੀਮ ਆਉਂਦੀ ਹੈਗੀ, ਤਾਂ ਉਸ ਸਕੀਮ ਦੀ ਜਾਣਕਾਰੀ ਹਰ ਇੱਕ ਪਿੰਡ ਤੱਕ ਪਹੁੰਚੇਗੀ, ਇੰਡੀਆ ਦੇ ਕੋਨੇ-ਕੋਨੇ ਤੱਕ ਪਹੁੰਚਾਈ ਜਾਵੇਗੀ ਇਸ ਸਕੀਮ ਦੇ ਤਹਿਤ, ਠੀਕ ਹੈ ਨਾ। ਤਾਂ ਇਸ ਸਕੀਮ ਦਾ ਨਾਮ ਧਿਆਨ ਵਿੱਚ ਰੱਖਿਓ 5 ਸਟਾਰ ਵਿਲੇਜ ਸਕੀਮ। ਔਰ ਲਾਂਚ ਕਿਹਨੇ ਕੀਤੀ ਹੈ, ਆਪਣੇ ਡਾਕ ਵਿਭਾਗ ਦੇ ਦੁਆਰਾ ਲਾਂਚ ਕੀਤੀ ਗਈ ਹੈ, ਠੀਕ ਹੈ ਜੀ। ਗੱਲ ਕਰਦੇ ਹਾਂ ਜਿਹੜੇ ਨੈਕਸਟ ਕੁਐਸਚਨ ਬਾਰੇ। ਵਿਚ ਕੰਟਰੀ ਇਜ਼ ਕੰਡਕਟਿੰਗ ਅ ਨੇਵਲ ਐਕਸਰਸਾਈਜ਼ ਨੇਮ ਜੋਲਫਰਾਗ 99 ਇਨ ਓਮਾਨ ਸੀ। ਕਿਹੜਾ ਦੇਸ਼ ਓਮਾਨ ਸਾਗਰ ਵਿੱਚ ਜੋਲਫਰੋਗ 99 ਨਾਂ ਦਾ ਇੱਕ ਜਲ ਸੈਨਾ ਅਭਿਆਸ ਕਰ ਰਿਹਾ ਹੈਗਾ, ਤਾਂ ਇਹ ਕਰ ਰਿਹਾ ਜੀ ਈਰਾਨ ਦੇਸ਼ ਕਰ ਰਿਹਾ ਹੈਗਾ। ਆਪਸ਼ਨ ਨੰਬਰ ਇਹ ਰਾਈਟ ਆਨਸਰ ਹੈਗਾ। ਇੰਪੋਰਟੈਂਟ ਕੁਐਸਚਨ ਹੈ, ਧਿਆਨ ਵਿੱਚ ਜ਼ਰੂਰ ਰੱਖਿਓ। देखो जो जोलफरॉग 99 आ, ये 3 दिनों तक ये हुण अभ्यास करनगे ईरान वाले। करनगे काहदे वास्ते, ਜਿਹੜੇ ईरान वाले ने अपने देश की सुरक्षा ਨੂੰ देखते हुए इस नेवल एक्सरसाइज के तहत अपने देश ਲਈ ਨਵੀਆਂ रणनीतियां तैयार करनगे, ताकि अपने ਜਿਹੜਾ ईरान कंट्री आ ਉਹਦੀ सुरक्षा ਨੂੰ ਇਹ होर ज़्यादा पुख्ता कर सकन, वधिया कर सकन, ठीक है। तो इंपोर्टेंट है जोलफराग ईरान, ठीक है। दोनों का नाम जरूर ध्यान में रखना गा सुने। बाकी गल ईरान की करिए, कैपीटल इत्थे तेहरान है जी। और इत्थों की करंसी का नाम ध्यान में रखियो तुमान, हुण इत्थे नवीं करंसी बनी हैगी, ठीक है जी, ध्यान में रखना। बाकी इत्थे राष्ट्रपति एट प्रेजेंट हसन रूहानी साहब इत्थे राष्ट्रपति हैगे नेगे, ठीक है। बाकी ईरान नाल रिलेटेड तुहानूं एक दो न्यूज़ दसदा, वेरी इंपोर्टेंट न्यूज़ ने गया। याद रखना जिहड़ा ईरान देश आ, इहने हुण शहीद कासिम सुलेमानी मिसाइल नूं लॉन्च कीता सीगा, ध्यान में रखना। और जिहड़ी ये मिसाइल सीगी इहदी रेंज सी जी 1400 किलोमीटर इहदी रेंज हैगी सी। और इस तो इलावा ईरान ने अपने देश का पहला सैनिक उपग्रह ਉਹਨੂੰ भी ऑर्बिट ਦੇ ਵਿੱਚ सफलतापूर्वक ਜਿਹੜਾ लॉन्च ਕੀਤਾ ਗਾ। और उस उपग्रह का नाम ਸੀਗਾ जी ਨੂਰ, ठीक है ना, ध्यान में रखना। सो दोस्तों ये सारिया न्यूज़ सीगियां अपनियां ईरान नाल रिलेटेड, ये जरूर ध्यान में रखना, इंपोर्टेंट न्यूज़ हैगियां सी। गल करते हैं जी नैक्सट क्वेश्चन बारे जी। हाउ मच डिड मूडीज एस्टीमेट इंडियाज GDP ग्रोथ रेट फाइनैंशियल ईयर 2020 टू 21। देखो मूडी ने ਵਿੱਤੀ साल 2020 तो 21 ਵਿੱਚ ਭਾਰਤ ਦੀ GDP विकास दर का अनुमान कितना लगाएगा। तो हुण मूडीज़ के अकॉर्डिंग जी अपनी GDP आ डाउन जाने वाली है, -11.5% मूडीज़ के अकॉर्डिंग अपनी GDP जी डाउन जाएगी, ठीक है, ध्यान में रखना। देखो बहुत सारिया कंपनी ने हुण अपनी जी GDP आ प्रोडिक्ट करनी स्टार्ट कर दी है, तो इंपोर्टेंट बनेगी, ठीक है ना। देखो मूडीज़ बारे तो तुहानूं मैं दसता, इस तो इलावा आप रिवाइज़ कर लेने। इस तो पहला क्रिसल के द्वारा, ठीक है ना, क्रिसल के द्वारा भी अपनी प्रोडिक्ट की गई सी। और क्रिसल के अकॉर्डिंग -9% रहने वाली सी अपनी GDP, ठीक है। और इस तो इलावा अपने पढ़िया सी फिच रेटिंग के द्वारा, फिच रेटिंग ने प्रोडिक्ट की सी जी -10.5%। इस तो इलावा इंडिया रेटिंग ने प्रोडिक्ट की है, इंडिया रेटिंग ने कहा जी -11.8% रहने वाली है GDP। और इस तो इलावा SBI बैंक ने प्रोडिक्ट की सी, SBI बैंक के अकॉर्डिंग जी -10.9% कहा गा हुण दुबारे, ठीक है। और इस तो इलावा अपने नैशनल स्टैटिस्टिक ऑफिस के द्वारा अपने ਵਿੱਤੀ साल की पहली तिमाही GDP नूं लॉन्च किया गया। और इस दे अकॉर्डिंग अपनी GDP -23.9% रहने वाली है, ठीक है। ये सारिया GDP नूं जरूर ध्यान में रखना। एक होर गल, अगर ये क्लास वधिया लग रही है, मेरी मेहनत वधिया लग रही है, तो तुसीं इस क्लास नूं जरूर एक बार लाइक कराया करो। और अपने किसी भी स्टडी ग्रुप में इस क्लास का लिंक भी जरूर शेयर कराया करो, ठीक है जी। सो मेरे वास्ते तुसीं इन्ना जरूर कर दिया करो। सो गल करते हैं अज दे नैक्सट क्वेश्चन बारे जी। विच इंडियन सिटी विल होस्ट एशियास लार्जेस्ट एरो शो कॉल्ड एरो इंडिया 21। ਕਿਹੜਾ ਭਾਰਤੀ ਸ਼ਹਿਰ ਏਸ਼ੀਆ ਦੇ ਸਭ ਤੋਂ ਵੱਡੇ ਐਰੋ ਸ਼ੋ ਐਰੋ ਇੰਡੀਆ 2021 ਦੀ ਮੇਜ਼ਬਾਨੀ ਕਰੇਗਾ। ਤਾਂ ਹੁਣ ਆਪਣੇ ਭਾਰਤ ਵਿੱਚ ਹੋਣਾ, ਔਰ ਭਾਰਤ ਵਿੱਚ ਵੀ ਬੈਂਗਲੁਰੂ ਸ਼ਹਿਰ ਇਹਦੀ ਮੇਜ਼ਬਾਨੀ ਕਰੇਗਾ ਇੰਡੀਆ ਦੇ ਵਿੱਚ। अगर आप यदि गल करिए 2021 ਵਿੱਚ ਇਹ 3 ਤੋਂ ਲੈ ਕੇ 7 फरवरी तक ਜਿਹੜਾ ਚੱਲਣ ਵਾਲਾ ਗਾ। ਔਰ ਇਸ ਵਾਰ ਇਹਦਾ ਇਹ 13ਵਾਂ ਐਡੀਸ਼ਨ ਹੋਵੇਗਾ, ਠੀਕ ਹੈ, ਆਪਣੇ ਇੰਡੀਆ ਵਿੱਚ ਹੋਵੇਗਾ, ਤਾਂ ਇਹ ਇੰਪੋਰਟੈਂਟ ਬਣੇਗਾ, ਠੀਕ ਹੈ ਜੀ। ਗੱਲ ਕਰਦੇ ਹਾਂ ਅੱਜ ਦੇ ਨੈਕਸਟ ਕੁਐਸਚਨ ਬਾਰੇ।
ਹੂ ਵਾਜ਼ ਇਲੈਕਟਡ ਦੀ ਨਿਊ ਚੇਅਰਮੈਨ ਆਫ ਐਡਵਰਟਾਈਜ਼ਿੰਗ ਸਟੈਂਡਰਡ ਕੌਂਸਲ ਆਫ ਇੰਡੀਆ। ਕਿਸ ਨੂੰ ਇਸ਼ਤਿਹਾਰਬਾਜ਼ੀ ਮਿਆਰਾਂ ਦੀ ਕੌਂਸਲ ਆਫ ਇੰਡੀਆ ਦਾ ਨਵਾਂ ਚੇਅਰਮੈਨ ਚੁਣਿਆ ਗਿਆ। ਦੇਖੋ ਇੰਗਲਿਸ਼ ਵਿੱਚ ਹੀ ਪੜ੍ਹੋ ਤੁਸੀਂ, ਦੀ ਐਡਵਰਟਾਈਜ਼ਿੰਗ ਸਟੈਂਡਰਡ ਕੌਂਸਲ ਆਫ ਇੰਡੀਆ ਦਾ ਚੇਅਰਮੈਨ ਤਾਂ ਇਹਨਾਂ ਨਾਲ ਜੀ ਸੁਭਾਸ਼ ਕਾਮਾਤ, ਠੀਕ ਹੈ ਨਾ। ਆਪਸ਼ਨ ਨੰਬਰ ਬੀ ਰਾਈਟ ਆਂਸਰ ਹੈ, ਧਿਆਨ ਵਿੱਚ ਜ਼ਰੂਰ ਰੱਖਿਓ, ਇੰਪੋਰਟੈਂਟ ਨਾ ਬਣੇਗਾ। ਬਾਕੀ ਅਨਿਲ ਜੈਨ ਬਾਰੇ ਆਪਾਂ ਨੇ ਪੜ੍ਹਿਆ ਸੀ ਥੋੜ੍ਹੇ ਦਿਨ ਪਹਿਲਾਂ ਹੀ, ਇਹਨਾਂ ਨੂੰ ਆਲ ਇੰਡੀਆ ਟੈਨਿਸ ਐਸੋਸੀਏਸ਼ਨ ਦੇ ਨਵੇਂ ਹੈੱਡ ਦੇ ਵਜੋਂ ਚੁਣਿਆ ਗਿਆ ਆਪਣੇ ਇੰਡੀਆ ਵੱਲੋਂ, ਠੀਕ ਹੈ, ਧਿਆਨ ਵਿੱਚ ਰੱਖਿਓ। ਬਾਕੀ ਮੁਰਾਲੀ ਰਾਮਾ ਕ੍ਰਿਸ਼ਨਨ ਦਾ ਨਾਮ ਵੀ ਆਪਾਂ ਨੇ ਪੜ੍ਹਿਆ ਸੀ ਜੀ, ਸਾਊਥ ਇੰਡੀਅਨ ਬੈਂਕ ਦੇ ਨਵੇਂ MD ਅਤੇ CEO ਵਜੋਂ ਨਿਯੁਕਤ ਕੀਤਾ ਗਿਆ ਸੀ। ਔਰ M ਬੀਰਾ ਲਕਸ਼ਮੀ, ਵੈਰੀ ਇੰਪੋਰਟੈਂਟ ਨਾ ਬਣੇਗਾ ਆਪਸ਼ਨ ਡੀ ਵਿੱਚ, ਕਿਉਂਕਿ ਆਪਣੇ ਭਾਰਤ ਦੀ ਪਹਿਲੀ ਮਹਿਲਾ ਐਂਬੂਲੈਂਸ ਡਰਾਈਵਰ ਨੂੰ ਵਜੋਂ ਚੁਣਿਆ ਗਿਆ ਔਰ ਤਾਮਿਲਨਾਡੂ ਸਟੇਟ ਵਿੱਚ ਇਹ ਹੈਗੀ, ਠੀਕ ਹੈ, ਧਿਆਨ ਵਿੱਚ ਰੱਖਿਓ। ਗੱਲ ਕਰਦੇ ਹਾਂ ਜਿਹੜੇ ਨੈਕਸਟ ਕੁਐਸਚਨ ਬਾਰੇ ਜੀ। ਵਿਚ ਬੈਂਕ ਹੈਜ਼ ਲਾਂਚ ਆ ਫੁੱਲ ਪਾਵਰ ਡਿਜੀਟਲ ਸੇਵਿੰਗ ਅਕਾਊਂਟ। ਕਿਸ ਬੈਂਕ ਨੇ ਇੱਕ ਫੁੱਲ ਪਾਵਰ ਡਿਜੀਟਲ ਬੱਚਤ ਖਾਤੇ ਨੂੰ ਲਾਂਚ ਕੀਤਾ ਗਾ, ਤਾਂ ਇਹਨੂੰ ਲਾਂਚ ਕੀਤਾ ਜੀ ਹੁਣ ਐਕਸਿਸ ਬੈਂਕ ਦੇ ਦੁਆਰਾ। ਦੇਖੋ ਇੱਕ ਡਿਜੀਟਲ ਸੇਵਿੰਗ ਅਕਾਊਂਟ ਦੀ ਗੱਲ ਕਰ ਰਹੇ ਨੇ, ਮਤਲਬ ਐਕਸਿਸ ਬੈਂਕ ਨੇ ਹੁਣ ਕੀ ਕੀਤਾ ਨਾ, ਕੇਵਲ ਆਪਾਂ 4 ਸੌਖੇ ਜਿਹੇ ਸਟੈਪਾਂ ਨੂੰ ਫੋਲੋ ਕਰਕੇ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਐਕਸਿਸ ਬੈਂਕ ਦੇ ਵਿੱਚ ਆਪਾਂ ਆਪਣਾ ਸੇਵਿੰਗ ਅਕਾਊਂਟ ਹੁਣ ਖੋਲ੍ਹ ਸਕਦੇ ਹਾਂਗੇ, ਠੀਕ ਹੈ। ਘਰ ਵਿੱਚ ਬੈਠੇ ਤੁਸੀਂ ਅਕਾਊਂਟ ਖੋਲ੍ਹ ਸਕਦੇ ਹੋ ਔਰ ਇਹਦੇ ਵਿੱਚ ਬਹੁਤ ਸਾਰੀਆਂ ਸਹੂਲਤਾਂ ਐਕਸਿਸ ਬੈਂਕ ਦੇ ਦੁਆਰਾ ਐਡ ਕੀਤੀਆਂ ਗਈਆਂ ਨੇ। ਔਰ ਇਸ ਤੋਂ ਇਲਾਵਾ ਖਾਸ ਗੱਲ ਇਹਦੇ ਵਿੱਚ ਇੱਕ ਹੋਰ ਹੋਵੇਗੀ ਵੀ ਐਕਸਿਸ ਬੈਂਕ ਆਪਾਂ ਨੂੰ ਵਿਰਚੁਅਲ ਡੈਬਿਟ ਕਾਰਡ ਵੀ ਤੁਰੰਤ ਪ੍ਰਦਾਨ ਕਰ ਦੇਗਾ ਖਾਤਾ ਖੋਲ੍ਹਣ ਤੋਂ ਉਪਰੰਤ। ਨਹੀਂ ਆਮ ਕੀ ਹੁੰਦਾ, ਖਾਤਾ ਖੋਲ੍ਹਣ ਤੋਂ 5 ਤੋਂ 10 ਦਿਨਾਂ ਬਾਅਦ ਆਪਾਂ ਨੂੰ ਡੈਬਿਟ ਕਾਰਡ ਮਿਲਦਾ ਗਾ, ਜਦ ਕਿ ਇੱਥੇ ਇੱਕ ਵਿਰਚੁਅਲ ਤਰੀਕੇ ਨਾਲ ਆਪਾਂ ਨੂੰ ID ਕਾਰਡ, ਆਪਾਂ ਨੂੰ ਡੈਬਿਟ ਕਾਰਡ ਆਪਾਂ ਨੂੰ ਮਿਲ ਜੂਗਾ, ਜਿਹਦੇ ਥਰੂ ਆਪਾਂ ਪੇਮੈਂਟ ਕਰ ਸਕਦੇ ਹਾਂ ਨਾਲ ਦੀ ਨਾਲ, ਠੀਕ ਹੈ। ਬਾਕੀ ਗੱਲ ਕਰਦੇ ਹਾਂ ਐਕਸਿਸ ਬੈਂਕ ਬਾਰੇ। ਆਫਿਸ ਤਾਂ ਇਹਦਾ ਹੈਗਾ ਜੀ ਮੁੰਬਈ ਸ਼ਹਿਰ ਦੇ ਵਿੱਚ। MD ਅਤੇ CEO ਦਾ ਨਾਮ ਧਿਆਨ ਵਿੱਚ ਰੱਖਿਓ, ਅਮਿਤਾਭ ਚੌਧਰੀ ਸਾਹਿਬ, ਠੀਕ ਹੈ। ਅਮਿਤਾਭ ਚੌਧਰੀ ਇਹਦੇ MD ਅਤੇ CEO ਹੈਗੇ ਨੇ। ਬਾਕੀ ਤੁਹਾਨੂੰ ਇੱਕ ਨਿਊਜ਼ ਹੋਰ ਦੱਸ ਦਾਂਗਾ, ਕੱਲ੍ਹ ਮੈਂ ਆਪਣੇ ਇਸ ਚੈਨਲ 'ਤੇ ਆਪਣੇ ਜਿੰਨੇ ਵੀ ਸਤੰਬਰ ਮੰਥ ਦੀਆਂ ਇੰਪੋਰਟੈਂਟ ਕਰੰਟ ਅਫੇਅਰ ਸੀ, ਸਾਰੀਆਂ ਕਰੰਟ ਅਫੇਅਰ ਇੱਕ ਕੰਬਾਈਨ ਕਰਕੇ ਇੱਕ ਵੀਡੀਓ ਬਣਾ ਕੇ ਪਾਈ ਹੈ ਉੱਤੇ, ਠੀਕ ਹੈ। ਤਾਂ ਉਹ ਤੁਸੀਂ ਜ਼ਰੂਰ ਦੇਖਣੀ। ਅਗਰ ਤੁਹਾਨੂੰ ਪਹਿਲਾਂ ਵਾਲੀਆਂ ਰੈਗੂਲਰ ਕਲਾਸਿਸ ਅਟੈਂਡ ਕਰਦੇ ਹੋ ਤਾਂ ਇੱਕ ਰਿਵੀਜ਼ਨ ਦੇ ਤੌਰ 'ਤੇ ਵੀ ਜ਼ਰੂਰ ਉਹ ਕਲਾਸ ਜ਼ਰੂਰ ਦੇਖ ਲੈਣੀ ਹੈ, ਠੀਕ ਹੈ। ਗੱਲ ਕਰਦੇ ਹਾਂ ਅੱਜ ਦੇ ਨੈਕਸਟ ਕੁਐਸਚਨ ਬਾਰੇ ਜੀ। ਹੂ ਹੈਜ਼ ਬੀਨ ਅਪੋਇੰਟਡ ਐਜ਼ ਦੀ ਐਗਜ਼ੀਕਿਊਟਿਵ ਡਾਇਰੈਕਟਰ ਇਨ ਦੀ ਵਰਲਡ ਬੈਂਕ। ਦੇਖੋ ਵਿਸ਼ਵ ਬੈਂਕ ਯਾਨੀ ਕਿ ਵਰਲਡ ਬੈਂਕ ਦੇ ਵਿੱਚ ਐਗਜ਼ੀਕਿਊਟਿਵ ਡਾਇਰੈਕਟਰ ਦੇ ਤੌਰ 'ਤੇ ਚੁਣਿਆ ਗਿਆ ਗਾ, ਤਾਂ ਇਹਨਾਂ ਨਾਲ ਜੀ ਰਾਜੇਸ਼ ਖੁੱਲਰ, ਠੀਕ ਹੈ। ਆਪਸ਼ਨ ਨੰਬਰ ਡੀ ਰਾਈਟ ਆਂਸਰ ਹੈ ਜੀ। ਰਾਜੇਸ਼ ਖੁੱਲਰ ਹੁਣ ਤੱਕ ਆਪਣੇ ਜਿਹੜੇ ਹਰਿਆਣਾ ਦੇ CM ਨੇ ਮਨੋਹਰ ਲਾਲ ਖੱਟਰ ਸਾਹਿਬ, ਉਹਨਾਂ ਦੇ ਮੁੱਖ ਸਕੱਤਰ ਬਣੇ ਹੋਏ ਸੀਗੇ, ਅਤੇ ਹੁਣ ਇਹ ਵਰਲਡ ਬੈਂਕ ਦੇ ਐਗਜ਼ੀਕਿਊਟਿਵ ਡਾਇਰੈਕਟਰ ਇਹ ਬਣ ਚੁੱਕੇ ਨੇਗੇ, ਠੀਕ ਹੈ। ਇਹਨਾਂ ਦਾ ਨਾਮ ਧਿਆਨ ਵਿੱਚ ਰੱਖਣਾ ਇੰਪੋਰਟੈਂਟ ਆ। ਅੱਛਾ, ਵਰਲਡ ਬੈਂਕ ਦੇ ਬਣਿਆ ਤਾਂ ਵਰਲਡ ਬੈਂਕ ਨਾਲ ਰਿਲੇਟਡ ਯਾਦ ਰੱਖਣਾ। ਸਥਾਪਨਾ ਤਾਂ ਵਰਲਡ ਬੈਂਕ ਦੀ ਯਾਨੀ ਕਿ ਵਿਸ਼ਵ ਬੈਂਕ ਦੀ 1944 ਵਿੱਚ ਹੋਈ ਸੀ। ਆਫਿਸ ਇਹਦਾ ਵਾਸ਼ਿੰਗਟਨ DC ਦੇ ਵਿੱਚ ਹੈਗਾ ਜੀ। ਔਰ ਵਰਲਡ ਬੈਂਕ ਦੇ ਹੈੱਡ ਜਿਹੜੇ ਹੈਗੇ ਨੇ ਡੇਵਿਡ ਮਾਲਪਾਸ ਸਾਹਿਬ ਐਟ ਪ੍ਰੈਜ਼ੈਂਟ ਬਣੇ ਹੋਏ ਨੇ, ਠੀਕ ਹੈ, ਇਹ ਧਿਆਨ ਵਿੱਚ ਰੱਖਣਾ। ਬਾਕੀ ਆਪਸ਼ਨ ਨੰਬਰ ਏ ਦੀ ਗੱਲ ਕਰ ਲੈਂਦੇ ਜੀ, ਥੈਰੀ ਡੈਲਾਪੋਰਟ। ਇਹ ਕੌਣ ਨੇ, ਆਪਾਂ ਨੇ ਪੜ੍ਹਿਆ ਸੀ ਜੀ ਵਿਪਰੋ ਦੇ ਨਵੇਂ MD ਅਤੇ CEO ਵਜੋਂ ਅਪਾਇੰਟ ਕੀਤਾ ਗਿਆ ਇਹਨਾਂ ਨੂੰ। ਇਸ ਤੋਂ ਇਲਾਵਾ ਮਾਰਕੋਸ ਟਰੀਜੋ, ਇਹ ਕੌਣ ਨੇ, ਇਹ ਜੀ ਨਿਊ ਡਿਵੈਲਪਮੈਂਟ ਬੈਂਕ ਦੇ ਹੈੱਡ ਦੇ ਵਜੋਂ ਇਹਨਾਂ ਨੂੰ ਨਿਯੁਕਤ ਕੀਤਾ ਗਿਆ ਸੀ ਰੀਸੈਂਟ ਦੇ ਵਿੱਚ। ਇਸ ਤੋਂ ਇਲਾਵਾ ਨਵਤੇਜ ਬਲ ਬਾਰੇ ਆਪਾਂ ਅਗਰ ਪੜ੍ਹੀਏ ਤਾਂ ਇਹਨਾਂ ਨੂੰ ਮਾਈਕਰੋਸਾਫਟ ਇੰਡੀਆ ਦੇ ਐਗਜ਼ੀਕਿਊਟਿਵ ਡਾਇਰੈਕਟਰ ਦੇ ਵਜੋਂ ਨਿਯੁਕਤ ਕੀਤਾ ਗਿਆ ਸੀਗਾ। ਸੋ ਇਹ ਵੀ ਨਾਲ ਨਾਮ ਧਿਆਨ ਵਿੱਚ ਰੱਖਿਓ। ਗੱਲ ਕਰਦੇ ਹਾਂ ਜਿਹੜੇ ਨੈਕਸਟ ਕੁਐਸਚਨ ਬਾਰੇ ਜੀ। ਹੂ ਹੈਜ਼ ਬੀਨ ਅਪੋਇੰਟਡ ਐਜ਼ ਦੀ ਐਗਜ਼ੀਕਿਊਟਿਵ ਡਾਇਰੈਕਟਰ ਆਫ ADB ਮਤਲਬ ਏਸ਼ੀਅਨ ਡਿਵੈਲਪਮੈਂਟ ਬੈਂਕ, ਠੀਕ ਹੈ। ਕਿਸ ਨੂੰ ਏਸ਼ੀਅਨ ਡਿਵੈਲਪਮੈਂਟ ਬੈਂਕ ਦੇ ਨਵੇਂ ਐਗਜ਼ੀਕਿਊਟਿਵ ਡਾਇਰੈਕਟਰ ਯਾਨੀ ਕਿ ਕਾਰਜਕਾਰੀ ਨਿਰਦੇਸ਼ਕ ਦੇ ਤੌਰ 'ਤੇ ਚੁਣਿਆ ਗਿਆ, ਤਾਂ ਇਹਨਾਂ ਨਾਲ ਜੀ ਸਮੀਰ ਕੁਮਾਰ ਖਾਰੇ, ਠੀਕ ਹੈ। ਸਮੀਰ ਕੁਮਾਰ ਖਾਰੇ ਨੂੰ ਚੁਣਿਆ ਗਿਆ ਹੈਗਾ ਗਾ। ਦੇਖੋ ਇਸ ਤੋਂ ਪਹਿਲਾਂ ਆਪਾਂ ਨੇ ਕੁਐਸਚਨ ਪੜ੍ਹਿਆ ਸੀ ਜੀ ਵਰਲਡ ਬੈਂਕ ਬਾਰੇ। ਵਰਲਡ ਬੈਂਕ ਦੇ ਐਗਜ਼ੀਕਿਊਟਿਵ ਡਾਇਰੈਕਟਰ ਪੁੱਛੇ ਜਾਂਦਾ ਰਾਜੇਸ਼ ਖੁੱਲਰ ਹੈਗੇ ਨੇ, ਠੀਕ ਹੈ। ਤਾਂ ਦੋਨਾਂ ਵਿੱਚ ਡਿਫਰੈਂਸਿਸ ਉਹਨੇ ਧਿਆਨ ਵਿੱਚ ਰੱਖਣਾ। ਬਾਕੀ ਗੱਲ ADB ਬੈਂਕ ਦੀ ਕਰਦੇ ਹਾਂ। ਸਥਾਪਨਾ ਤਾਂ ਇਹਦੀ 1966 ਦੇ ਵਿੱਚ ਹੋਈ ਸੀਗੀ। ਔਰ ਇਹਦਾ ਆਫਿਸ ਦੀ ਗੱਲ ਕਰੀਏ ਤਾਂ ਮਨੀਲਾ ਦੇ ਵਿੱਚ ਹੈਗਾ, ਮਨੀਲਾ ਫਿਲੀਪੀਨਸ ਕੰਟਰੀ ਦੇ ਵਿੱਚ ਹੈਗਾ ਇਹ। ਔਰ ਇਸ ਤੋਂ ਇਲਾਵਾ ਜੀ ADB ਬੈਂਕ ਦੇ ਹੈੱਡ ਦਾ ਨਾਮ ਧਿਆਨ ਵਿੱਚ ਰੱਖਣਾ ਮਸਤਾਸੁਗੂ ਅਸਕਾਵਾ, ਠੀਕ ਹੈ। ਮਸਤਾਸੁਗੂ ਅਸਕਾਵਾ ਇਹਦੇ ਹੈੱਡ ਹੈਗੇ ਨੇਗੇ। ਬਾਕੀ ਆਪਸ਼ਨ ਨੰਬਰ ਬੀ ਦੀ ਗੱਲ ਕਰ ਲੈਂਦੇ ਹਾਂ, ਜੋਸ਼ੀਦੇ ਸੁਗਾ ਬਾਰੇ ਆਪਾਂ ਨੇ ਕੱਲ੍ਹ ਪੜ੍ਹਿਆ ਸੀ ਜੀ, ਜਾਪਾਨ ਦੇ ਨਵੇਂ ਪ੍ਰਧਾਨ ਮੰਤਰੀ ਦੇ ਵਜੋਂ ਇਹਨਾਂ ਨੂੰ ਚੁਣਿਆ ਗਿਆ ਗਾ। ਇਸ ਤੋਂ ਇਲਾਵਾ ਜੈਨੇ ਫਰੈਜ਼ਰ ਨੂੰ ਸਿਟੀ ਗਰੁੱਪ ਦੀ ਪਹਿਲੀ ਮਹਿਲਾ CEO ਵਜੋਂ ਚੁਣਿਆ ਗਿਆ ਗਾ। ਇਸ ਤੋਂ ਇਲਾਵਾ ਕਾਰਮੇਨ ਰੇਨੇਹਾਰਟ ਬਾਰੇ ਆਪਾਂ ਨੇ ਪੜ੍ਹਿਆ ਸੀ ਜੀ, ਵਰਲਡ ਬੈਂਕ ਦੇ ਚੀਫ ਐਗਜ਼ੀਕਿਊਟਿਵ ਦੇ ਤੌਰ ਤੇ ਇਹਨਾਂ ਨੂੰ ਚੁਣਿਆ ਗਿਆ ਸੀਗਾ ਰੀਸੈਂਟ ਦੇ ਵਿੱਚ, ਕਾਰਮੇਨ ਰੇਨੇਹਾਰਟ ਨੂੰ, ਠੀਕ ਹੈ। ਸੋ ਇੰਨੇ ਫੈਕਟ ਤੁਸੀਂ ਇਸ ਕੁਐਸਚਨ ਨਾਲ ਰਿਲੇਟਡ ਧਿਆਨ ਵਿੱਚ ਰੱਖ ਸਕਦੇ ਹੋਗੇ। ਅੱਛਾ, ਬਾਕੀ ਗੱਲ ਆਪਾਂ ਨਾ ADB ਬੈਂਕ ਦੀ ਕਰ ਰਹੇ ਹਾਂ, ਤਾਂ ਆਪਾਂ ਨੇ ਕੁਝ ਦਿਨ ਪਹਿਲਾਂ ਹੀ ਪੜ੍ਹਿਆ ਸੀਗਾ ਵੀ ADB ਬੈਂਕ ਦੇ ਵਿੱਚ ਜਿਹੜੇ ਆਪਣੇ ਅਸ਼ੋਕ ਲਿਵਾਸਾ ਸਾਹਿਬ ਸੀਗੇ, ਉਹਨਾਂ ਨੂੰ ਵਾਈਸ ਪ੍ਰੈਜ਼ੀਡੈਂਟ ਬਣਾਇਆ ਗਿਆ ADB ਬੈਂਕ ਦਾ। ਦੇਖੋ ਜਿਹੜੇ ਅਸ਼ੋਕ ਲਿਵਾਸਾ ਸੀਗੇ ਪਹਿਲਾਂ ਆਪਣੇ ਚੋਣ ਕਮਿਸ਼ਨਰ ਹੁੰਦੇ ਸੀਗੇ, ਅਤੇ ਹੁਣ ਇਹ ADB ਬੈਂਕ ਦੇ ਵਿੱਚ
ਜਿਹੜੇ ਵਾਈਸ ਪ੍ਰੈਜ਼ੀਡੈਂਟ ਵਜੋਂ ਚੁਣੇ ਗਏ ਨੇਗੇ। ਦੇਖੋ ਹੁਣ ਪਹਿਲਾਂ ਚੋਣ ਕਮਿਸ਼ਨਰ ਸੀਗੇ, ਤਾਂ ਇੱਥੇ ਇੱਕ ਕੁਐਸਚਨ ਹੋਰ ਬਣ ਸਕਦਾ ਵੀ ਇਹ ਤਾਂ ਦੇਖੋ ਹੁਣ ਵਾਈਸ ਪ੍ਰੈਜ਼ੀਡੈਂਟ ਬਣ ਗਏ, ਪਰ ਇਹਨਾਂ ਦੀ ਥਾਂ 'ਤੇ ਨਵੇਂ ਚੋਣ ਕਮਿਸ਼ਨਰ ਕੌਣ ਬਣੇ ਨੇਗੇ, ਤਾਂ ਉਹਨਾਂ ਦਾ ਨਾਂ ਸੀ ਰਾਜੇਸ਼ ਕੁਮਾਰ ਸਾਹਿਬ, ਠੀਕ ਹੈ। ਤਾਂ ਉਹਨਾਂ ਦਾ ਨਾਮ ਵੀ ਧਿਆਨ ਵਿੱਚ ਰੱਖਿਓ। ਗੱਲ ਕਰਦੇ ਹਾਂ ਜਿਹੜੇ ਨੈਕਸਟ ਕੁਐਸਚਨ ਬਾਰੇ ਜੀ। ਹੂ ਵਾਜ਼ ਇਲੈਕਟਡ ਐਜ਼ ਦੀ ਡਿਪਟੀ ਚੇਅਰਮੈਨ ਆਫ ਰਾਜ ਸਭਾ, ਕਿਸ ਨੂੰ ਰਾਜ ਸਭਾ ਦਾ ਡਿਪਟੀ ਚੇਅਰਮੈਨ ਚੁਣਿਆ ਗਿਆ, ਤਾਂ ਇਹਨਾਂ ਨਾਲ ਜੀ ਹਰੀਵੰਸ਼ ਨਾਰਾਇਣ ਸਿੰਘ ਨੂੰ ਦੁਬਾਰੇ ਰਾਜ ਸਭਾ ਦਾ ਡਿਪਟੀ ਚੇਅਰਮੈਨ ਚੁਣਿਆ ਗਿਆ। ਦੇਖੋ ਇੱਥੇ ਮੈਂ ਕਿਹਾ ਵੀ ਦੁਬਾਰੇ, ਜਾਣੀ ਕਿ ਇਹ ਪਹਿਲਾਂ ਵੀ ਇਹੀ ਸੀਗੇ ਅਤੇ ਹੁਣ ਫੇਰ ਇਹੀ ਬਣ ਗਏ। ਸਭ ਤੋਂ ਪਹਿਲੀ ਵਾਰ ਇਹ ਬਣੇ ਸੀ ਜੀ 8 ਅਗਸਤ 2018 ਨੂੰ ਇਹ ਚੇਅਰਮੈਨ ਬਣੇ ਸੀ, ਡਿਪਟੀ ਚੇਅਰਮੈਨ, ਅਤੇ ਹੁਣ ਇਹਨਾਂ ਦਾ ਕਾਰਜਕਾਲ 2020 ਵਿੱਚ ਸਮਾਪਤ ਹੋਇਆ ਸੀ ਅਤੇ ਦੁਬਾਰੇ ਫੇਰ ਇਹਨਾਂ ਨੂੰ ਇਹ ਚੁਣ ਲਿਆ ਗਿਆ, ਹਰੀਵੰਸ਼ ਨਾਰਾਇਣ ਸਿੰਘ। ਨਾਮ ਇੰਪੋਰਟੈਂਟ ਹੈ, ਧਿਆਨ ਵਿੱਚ ਰੱਖਿਓ। ਅੱਛਾ, ਗੱਲ ਆਪਾਂ ਰਾਜ ਸਭਾ ਦੀ ਜੀ ਡਿਪਟੀ ਚੇਅਰਮੈਨ ਦੀ ਕਰ ਰਹੇ ਹਾਂ। ਅਗਰ ਮੈਂ ਤੁਹਾਨੂੰ ਪੁੱਛਾਂ ਵੀ ਇਕੱਲਾ ਚੇਅਰਮੈਨ ਕੌਣ ਹੁੰਦਾ ਰਾਜ ਸਭਾ ਦਾ, ਤਾਂ ਧਿਆਨ ਵਿੱਚ ਰੱਖਣਾ ਆਪਣੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਹੁੰਦੇ ਨੇ ਉਹ ਆਪਣੇ ਚੇਅਰਮੈਨ ਹੁੰਦੇ ਨੇ ਜੀ ਰਾਜ ਸਭਾ ਦੇ। ਵਾਈਸ ਪ੍ਰੈਜ਼ੀਡੈਂਟ ਕੌਣ ਨੇ ਜੀ, ਵੈਂਕਈਆ ਨਾਇਡੂ ਸਾਹਿਬ, ਠੀਕ ਹੈ। ਸੋ ਇਹਨਾਂ ਦਾ ਨਾਮ ਧਿਆਨ ਵਿੱਚ ਰੱਖਣਾ। ਬਾਕੀ ਅਦਰ ਆਪਸ਼ਨ ਬਾਰੇ ਡਿਸਕਸ਼ਨ ਕਰ ਲੈਂਦੇ ਹਾਂ ਕਿ ਆਪਸ਼ਨ ਨੰਬਰ ਏ ਰਾਜ ਗੋਪਾਲ ਮਿਸ਼ਰਾ, ਆਪਾਂ ਨੇ ਪੜ੍ਹਿਆ ਸੀ ਜੀ ਇਹਨਾਂ ਨੂੰ ਗੁਰੂ ਕੇਲੂ ਚਰਨ ਮਹਾਪਾਤਰ ਅਵਾਰਡ ਦਿੱਤਾ ਗਿਆ 2020 ਦਾ ਉੜੀਸਾ ਸਟੇਟ ਦੇ ਵੱਲੋਂ ਇਹਨਾਂ ਨੂੰ। ਇਸ ਤੋਂ ਇਲਾਵਾ ਸੁਧਾ ਮੂਰਤੀ ਆਪਸ਼ਨ ਨੰਬਰ ਸੀ ਦੇਖੋ, ਤਾਂ ਇਹਨਾਂ ਨੂੰ ਜੀ ਗ੍ਰਾਮੋਦਿਆ ਬੰਧੂ ਮਿੱਤਰ ਅਵਾਰਡ ਦਿੱਤਾ ਸੀ, ਇਹ ਵੀ ਪੜ੍ਹਿਆ ਸੀਗਾ। ਗਗਨ ਅਰੋੜਾ ਸਾਹਿਬ ਇੰਪੋਰਟੈਂਟ ਨਾ ਬਣੇਗਾ ਕਿਉਂਕਿ CEO ਆਫ ਦੀ ਈਅਰ ਬਣੇ ਨੇ 2020 ਦੇ ਵਿੱਚ ਇਹ ਗਗਨ ਅਰੋੜਾ ਸਾਹਿਬ। ਗੱਲ ਕਰਦੇ ਹਾਂ ਜਿਹੜੇ ਨੈਕਸਟ ਕੁਐਸਚਨ ਬਾਰੇ। ਹੂ ਹੈਜ਼ ਰਿਲੀਜ਼ਡ ਅ ਬੁੱਕ ਕਾਲਡ ਮਾਈ ਲਾਈਫ ਇਨ ਡਿਜ਼ਾਈਨ। ਦੇਖੋ ਮਾਈ ਲਾਈਫ ਇਨ ਡਿਜ਼ਾਈਨ ਨਾਂ ਦੀ ਕਿਤਾਬ ਕਿਸ ਦੇ ਦੁਆਰਾ ਲਿਖੀ ਹੈ, ਤਾਂ ਧਿਆਨ ਵਿੱਚ ਰੱਖਣਾ ਗੌਰੀ ਖਾਨ ਦੇ ਦੁਆਰਾ। ਆਪਸ਼ਨ ਨੰਬਰ ਏ ਰਾਈਟ ਆਂਸਰ ਹੈ। ਗੌਰੀ ਖਾਨ ਕੌਣ ਹੈ, ਇਹ ਸ਼ਾਹਰੁਖ ਖਾਨ ਦੀ ਪਤਨੀ ਹੈਗੀ ਗੌਰੀ ਖਾਨ, ਜਿਨ੍ਹਾਂ ਨੇ ਕਿ ਆਪਣੀ ਪਹਿਲੀ ਬੁੱਕ ਲਿਖੀ ਹੈ ਇਹ ਮਾਈ ਲਾਈਫ ਇਨ ਡਿਜ਼ਾਈਨ। 2021 ਦੇ ਵਿੱਚ ਇਹ ਬੁੱਕ ਨੂੰ ਰਿਲੀਜ਼ ਕੀਤਾ ਜਾਵੇਗਾ। ਆਪਣੀ ਜ਼ਿੰਦਗੀ ਦੇ ਵਿੱਚ, ਠੀਕ ਹੈ, ਆਪਣੀ ਜ਼ਿੰਦਗੀ ਦੇ ਬਾਰੇ ਹੀ ਇਸ ਬੁੱਕ ਦੇ ਵਿੱਚ ਇਹਨਾਂ ਦੁਆਰਾ ਦੱਸਿਆ ਗਿਆ ਗਾ, ਠੀਕ ਹੈ। ਸੋ ਇਹਨਾਂ ਦਾ ਨਾਮ ਧਿਆਨ ਵਿੱਚ ਰੱਖਣਾ ਗੌਰੀ ਖਾਨ ਦਾ। ਅਗਰ ਗਾਇਸ ਇਹ ਕਲਾਸ ਵਧੀਆ ਲੱਗ ਰਹੀ ਹੈ ਤਾਂ ਪਲੀਜ਼ ਕਲਾਸ ਨੂੰ ਜ਼ਰੂਰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਆ ਕਰੋ ਔਰ ਕਮੈਂਟ ਕਰਕੇ ਵੀ ਜ਼ਰੂਰ ਲਿਖਿਆ ਕਰੋ ਇਹ ਕਲਾਸ ਤੁਹਾਨੂੰ ਕਿਸ ਤਰ੍ਹਾਂ ਲੱਗ ਰਹੀ ਹੈਗੀ, ਠੀਕ ਹੈ। ਗੱਲ ਕਰਦੇ ਹਾਂ ਜਿਹੜੇ ਅਗਲੇ ਕੁਐਸਚਨ ਬਾਰੇ ਹੁਣ। To achieve market capitalization of 9 trillion rupees become second Indian company। 9 ਟ੍ਰਿਲੀਅਨ ਰੁਪਏ ਦਾ ਬਾਜ਼ਾਰ ਪੂੰਜੀਕਰਨ ਪ੍ਰਾਪਤ ਕਰਨ ਵਾਲੀ ਭਾਰਤ ਦੀ ਦੂਜੀ ਭਾਰਤੀ ਕੰਪਨੀ ਕਿਹੜੀ ਬਣੀ ਆ, ਤਾਂ ਇਹ ਬਣੀ ਹੈ ਜੀ TCS ਕੰਪਨੀ। TCS ਮਤਲਬ ਟਾਟਾ ਕੰਸਲਟੈਂਸੀ ਸਰਵਿਸ। ਇਹ ਟਾਟਾ ਗਰੁੱਪਸ ਦੀ ਇੱਕ ਬ੍ਰਾਂਚ ਕੰਪਨੀ ਹੈਗੀ ਔਰ ਇਸ ਨੇ ਹੀ ਹੁਣ ਰੀਸੈਂਟ ਦੇ ਵਿੱਚ 9 ਲੱਖ ਰੁਪਏ ਕਰੋੜ ਦੀ ਮਾਰਕੀਟ ਕੈਪੀਟਲ ਨੂੰ ਪਾਰ ਕੀਤਾ ਗਾ, ਤਾਂ ਕਰਕੇ ਦੂਜੇ ਨੰਬਰ ਦੀ ਬਣ ਚੁੱਕੀ ਹੈ। ਪਹਿਲੇ ਨੰਬਰ 'ਤੇ ਲਗਭਗ ਤੁਹਾਨੂੰ ਪਤਾ ਹੀ ਹੋਵੇਗਾ ਜੀ ਰਿਲਾਇੰਸ ਜੀਓ ਪਹਿਲੇ ਨੰਬਰ 'ਤੇ ਚੱਲ ਰਹੀ ਹੈ, ਦੂਜੇ ਨੰਬਰ 'ਤੇ TCS ਔਰ ਥਰਡ ਨੰਬਰ 'ਤੇ ਗੱਲ ਕਰੀਏ ਤਾਂ HDFC ਬੈਂਕ ਥਰਡ ਨੰਬਰ 'ਤੇ ਹੈਗਾ ਗਾ। ਬਾਕੀ ਗੱਲ TCS ਦੀ ਕਰ ਦਿਆਂਗੇ ਕੰਪਨੀ ਦੀ, ਤਾਂ ਇਹਦੀ ਸਥਾਪਨਾ ਤਾਂ ਹੋਈ ਸੀ ਜੀ ਆਪਣੇ ਭਾਰਤ ਵਿੱਚ 1968 ਦੇ ਵਿੱਚ ਅਤੇ ਇਹਦਾ ਆਫਿਸ ਹੈਗਾ ਜੀ ਮੁੰਬਈ ਸ਼ਹਿਰ ਦੇ ਵਿੱਚ, ਠੀਕ ਹੈ। ਇਹ ਵੀ ਤਾਂ ਧਿਆਨ ਵਿੱਚ ਰੱਖਿਓ। ਗੱਲ ਕਰਦੇ ਹਾਂ ਜਿਹੜੇ ਅਗਲੇ ਕੁਐਸਚਨ ਬਾਰੇ ਹੁਣ। ਹੂ ਹੈਜ਼ ਵੌਨ ਦੀ ਬੈਸਟ ਸਕਰੀਨ ਪਲੇ ਅਵਾਰਡ। ਕਿਸ ਨੇ ਸਰਬੋਤਮ ਸਕਰੀਨ ਪਲੇ ਪੁਰਸਕਾਰ 2020 ਨੂੰ ਜਿੱਤਿਆ ਹੈ, ਤਾਂ ਇਹ ਜਿੱਤਿਆ ਜੀ ਚੈਤਨਿਆ ਤਮਹਾਨੇ ਨੇ। ਆਪਸ਼ਨ ਨੰਬਰ ਸੀ ਰਾਈਟ ਆਂਸਰ ਹੈ ਜੀ। ਇਹ ਇੱਕ ਫਿਲਮ ਮੇਕਰ ਹੈਗੇ ਨੇ ਔਰ ਇਹਨਾਂ ਦੀ ਇੱਕ ਫਿਲਮ ਦਾ ਡਿਸਿਪਲਿਨ, ਠੀਕ ਹੈ, ਇਸ ਦੇ ਕਰਕੇ ਇਹਨਾਂ ਨੂੰ ਬੈਸਟ ਸਕਰੀਨ ਪਲੇ ਅਵਾਰਡ 2020 ਦੇ ਨਾਲ ਸਨਮਾਨਿਤ ਕੀਤਾ ਗਿਆ। ਬਸ ਇਹਨਾਂ ਦਾ ਸਿੱਧਾ ਨਾਮ ਹੀ ਧਿਆਨ ਵਿੱਚ ਰੱਖਿਓ, ਚੈਤਨਿਆ ਤਮਹਾਨੇ, ਠੀਕ ਹੈ। ਗੱਲ ਕਰਦੇ ਹਾਂ ਅਗਲੇ ਕੁਐਸਚਨ ਬਾਰੇ ਜੀ। ਵਿਚ ਬਾਲੀਵੁੱਡ ਐਕਟਰ ਹੈਜ਼ ਬੀਨ ਚੂਜ਼ਨ ਬਾਈ ਐਮਾਜ਼ੋਨ ਟੂ ਕ੍ਰੀਏਟ ਅ ਸੈਲੀਬ੍ਰਿਟੀ ਵੌਇਸ ਫॉर ਅਲੈਕਸਾ। ਐਮਾਜ਼ੋਨ ਦੁਆਰਾ ਕਿਸ ਬਾਲੀਵੁੱਡ ਅਭਿਨੇਤਾ ਨੂੰ ਅਲੈਕਸਾ ਲਈ ਇੱਕ ਮਸ਼ਹੂਰ ਆਵਾਜ਼ ਬਣਾਉਣ ਲਈ ਚੁਣਿਆ ਗਿਆ ਹੈ, ਤਾਂ ਹੁਣ ਚੁਣਿਆ ਗਿਆ ਜੀ ਅਮਿਤਾਭ ਬੱਚਨ ਸਾਹਿਬ ਨੂੰ, ਠੀਕ ਹੈ। ਧਿਆਨ ਵਿੱਚ ਰੱਖਣਾ ਇੰਪੋਰਟੈਂਟ ਹੈ। ਦੇਖੋ ਜਿਹੜਾ ਐਮਾਜ਼ੋਨ ਕੰਪਨੀ ਹੈ ਇਹਨੇ ਆਪਣਾ ਇੱਕ ਡਿਜੀਟਲ ਅਸਿਸਟੈਂਟ ਲਾਂਚ ਕੀਤਾ ਸੀਗਾ ਜਿਹਦਾ ਨਾਂ ਗਾ ਜੀ ਅਲੈਕਸਾ, ਠੀਕ ਹੈ ਨਾ। ਹੁਣ ਅਲੈਕਸਾ ਜਿਹੜੀ ਵੌਇਸ ਹੋਵੇਗੀ ਤਾਂ ਉਹ ਵੌਇਸ ਅਮਿਤਾਭ ਬੱਚਨ ਸਾਹਿਬ ਦੀ ਵੌਇਸ ਉੱਥੇ ਯੂਜ਼ ਕੀਤੀ ਜਾਵੇਗੀ ਔਰ ਜਿਹੜਾ ਅਲੈਕਸਾ ਗਾ, ਠੀਕ ਹੈ, ਇਹਨੂੰ 2020 ਤੱਕ ਦੇ ਅੰਤ ਤੱਕ ਜਿਹੜਾ ਇਹਨੂੰ ਸਟਾਰਟ ਵੀ ਕਰ ਦਿੱਤਾ ਜਾਏਗਾ ਐਮਾਜ਼ੋਨ ਦੇ ਵੱਲੋਂ। ਦੇਖੋ ਡਿਜੀਟਲ ਅਸਿਸਟੈਂਟ ਤਾਂ ਤੁਹਾਨੂੰ ਪਤਾ ਨਾ, ਕੋਈ ਵੀ ਅਗਰ ਆਪਣੀ ਕੁਐਰੀ ਹੈ ਤਾਂ ਆਪਾਂ ਵੌਇਸ ਦੇ ਜ਼ਰੀਏ ਪੁੱਛ ਸਕਦੇ ਹਾਂ ਅਤੇ ਜਿਹੜੀ ਉੱਧਰੋਂ ਬਦਲੇ ਵਿੱਚ ਜਿਹੜੀ ਵੌਇਸ ਆਵੇਗੀ, ਜਿਹੜੀ ਆਨਸਰ ਆਪਣਾ ਆਏਗਾ ਤਾਂ ਉਹਦੇ ਵਿੱਚ ਅਮਿਤਾਭ ਬੱਚਨ ਸਾਹਿਬ ਦੀ ਵੌਇਸ ਹੋਵੇਗੀ, ਠੀਕ ਹੈ ਨਾ। ਤਾਂ ਇਹਨੂੰ ਚੁਣਿਆ ਜੀ ਹੁਣ ਐਮਾਜ਼ੋਨ ਕੰਪਨੀ ਨੇ ਦੁਬਾਰਾ। ਗੱਲ ਕਰਦੇ ਹਾਂ ਅਗਲੇ ਕੁਐਸਚਨ ਬਾਰੇ ਜੀ। ਵਿਚ ਕੰਟਰੀ ਹੈਜ਼ ਬੀਨ ਇਲੈਕਟਡ ਅ ਮੈਂਬਰ ਆਫ ਐਕੋਸੋਕ ਬੋਡੀ ਆਫ ਯੂਨਾਈਟਿਡ ਨੇਸ਼ਨਜ਼। ਕਿਹੜਾ ਦੇਸ਼ ਸੰਯੁਕਤ ਰਾਸ਼ਟਰ ਦੇ ਐਕੋਸੋਕ ਬੋਡੀ ਦਾ ਮੈਂਬਰ ਵਜੋਂ ਚੁਣਿਆ ਗਿਆ ਹੈ, ਤਾਂ ਇਹ ਚੁਣਿਆ ਗਿਆ ਜੀ ਆਪਣਾ ਭਾਰਤ। ਇੰਪੋਰਟੈਂਟ ਕੁਐਸਚਨ ਹੈ, ਧਿਆਨ ਵਿੱਚ ਰੱਖਣਾ। ਦੇਖੋ ਐਕੋਸੋਕ ਕੀ ਚੀਜ਼ ਹੈਗੀ। ਐਕੋਸੋਕ ਦੀ ਅਗਰ ਆਪਾਂ ਪੂਰੇ ਨਾਂ ਦੀ ਗੱਲ ਕਰੀਏ ਤਾਂ ਪਹਿਲੇ 3 ਸ਼ਬਦਾਂ ਤੋਂ ਯਾਦ ਰੱਖਣਾ ਇਕਨੋਮਿਕ, ਠੀਕ ਹੈ, SO ਤੋਂ ਯਾਦ ਰੱਖਣਾ ਸੋਸ਼ਲ, C ਤੋਂ ਯਾਦ ਰੱਖਣਾ ਕੌਂਸਲ, ਯਾਨੀ ਕਿ ਇਕਨੋਮਿਕ ਐਂਡ ਸੋਸ਼ਲ ਕੌਂਸਲ ਇਹਦਾ ਪੂਰਾ ਨਾਂ ਹੈਗਾ ਗਾ ਔਰ ਇਹ UN ਦਾ ਹੀ ਇੱਕ ਪਾਰਟ ਹੈਗਾ ਗਾ, UN ਦਾ ਹੀ ਇੱਕ ਅੰਗ ਹੈਗਾ ਗਾ ਜਿਹੜਾ ਕਿ ਮਹਿਲਾਵਾਂ ਦੇ ਵਿਕਾਸ ਲਈ ਕੰਮ ਕਰਦਾ ਗਾ, ਮਹਿਲਾਵਾਂ ਦੇ ਤਰੱਕੀ ਵਾਸਤੇ, ਉਹਨਾਂ ਦੀ ਸਥਿਤੀ ਵਾਸਤੇ ਕੰਮ ਕਰਦਾ ਖਾਸ ਕਰਕੇ।
और ये की सी ना हुण अपना भारत देश हो गया, इस तो इलावा चीन हो गया और अफगानिस्तान हो गया। तिन्ने कंट्रियां का बहुत जोर लग्या होया सी मैंबर बनने वास्ते। तो इन्हां दे मुकाबले दे विचों अपना हुण भारत जिहड़ा वो जित गया गा, जानी कि भारत मैंबर बनिया गा। चीन तो अफगानिस्तान इसका मैंबर नहीं बनाया गया गा, ठीक है। टाइम भी यह क्वेश्चन इंपोर्टेंट बनेगा। और भारत की अगर आप गल करिए केवल अगले 4 सालों वास्ते ECOSOC का जिहड़ा मैंबर बनेगा, जानी कि 2025 तक जिहड़ा भारत हुण इहदा मैंबर बन चुकिया गा, ठीक है जी। सो ये गल तुहानूं ध्यान में रखनी। बाकी ECOSOC की अगर आप गल करिए तो इहदा ऑफिस न्यूयॉर्क सिटी में इहदा ऑफिस हैगा गा, ठीक है। गल करते अज के अगले क्वेश्चन बारे हुण। ADB हैज़ अपॉइंटेड द कंट्री डायरैक्टर ऑफ इंडिया। ADB ने भारत का देश निर्देशक किसनूं नियुक्त किया है? ADB मतलब जी एशियन डिवेलपमेंट बैंक के द्वारा नियुक्त किया गया है। और इन्हों नाम जी टेकियो कुनिशी, ऑप्शन नंबर ए राइट आंसर है जी, टेकियो कुनिशी नूं नियुक्त किया गया है। टेकियो कुनिशी की गल करिए तो ये रिप्लेस करनगे जी कैनेची जोकोजामा नूं। कैनेची जोकोजामा की अगर गल करिए तो हुण इन्हां नूं ADB बैंक के द्वारा साउथ एशिया विभाग का जरनल वजों अपॉइंट किया गया है। सो इन्हां की थां ते हुण टेकियो कुनिशी हुण बन गए ने अपने कंट्री के डायरैक्टर, ठीक है जी। बाकी गल ADB बैंक की कर देंगे तो ADB बैंक नाल रिलेटेड ये भी जा सकते हो, जिहड़ा अपना इंडिया गा वो ADB बैंक का चौथे नंबर का सब तो बड़ा शेयर होल्डर हैगा गा। यानी कि अगर आप भारत की गल करिए तो अपना भारत 2010 तो लैके सब तो वध जिहड़ा उधार अपने भारत ने ही लिया गा ADB बैंक तो, ठीक है ना। तो यह भी थोड़ी नाल ध्यान रख सकते होंगे। बाकी ADB बैंक नाल रिलेटेड अपन एक दो दिन पहला भी न्यूज़ पढ़ी सी भी ADB बैंक के एग्जीक्यूटिव डायरैक्टर अपॉइंट किया गया, किसनूं समीर कुमार नूं नियुक्त किया गया, ठीक है। सो ये भी नाल ध्यान में रखना। बाकी गल ADB की स्थापना की है 1966 में तो इसकी स्थापना हुई सी जी। और इसका ऑफिस हैगा मनीला फिलीपीनस कंट्री के विच इसदा ऑफिस हैगा जी। और जिहड़े ADB बैंक के एट प्रेजेंट प्रेजिडेंट बने हुए ने मस्तासुगु अस्कावा साहब इसके प्रेजिडेंट हैगे ने। और ADB बैंक के वाइस प्रेजिडेंट ध्यान में रखना अशोक लवासा साहब, ठीक है, वाइस प्रेजिडेंट हैगे ने। सो ये सारे फैक्ट ADB बैंक नाल रिलेटेड तुसीं याद रख सकते होंगे। बाकी गल करते अज दे अगले क्वेश्चन बारे जी हुण। हाउ लॉन्ग BWF यानी कि बैडमिंटन वर्ल्ड फेडरेशन हैज़ अनाउंसड दी पोस्टपोनमेंट ऑफ थॉमस कप एंड उबेर कप। कहते बैडमिंटन वर्ल्ड फेडरेशन ने किन्ने समय तो थॉमस कप ते उबेर कप नूं मुलतवी करन दा ऐलान कर दिता है। तो ये ऐलान किया जी 2021 तक वो मुलतवी कर दिते गए ने ये दोने कप, ठीक है। ध्यान में रखना दोने कप ने जिहड़े बैडमिंटन खेड दे नाल संबंधित हैगे नेगे। और ये थॉमस कप और उबेर कप दोने पहला ये होने सीगे डेनमार्क कंट्री दे विच और अक्तूबर मंथ दे विच होने सीगे। बट कोविड करके बहुत सारे कंट्री के प्लेयर ने उन्होंने इनकार करता इन्हां कप के विच जिहड़े पार्टिसिपेंट वो नहीं करनगे। सो 2021 वास्ते हुण इन्हां नूं मुलतवी कर दिता गया है। बाकी इत्थे क्वेश्चन ये भी तुसीं ध्यान में रख सकते हो भी थॉमस कप अते उबेर कप अगर किते लिखिया मिल जाए तो क्वेश्चन आवे तो तुसीं आंसर लगाउणा गा दोने कप बैडमिंटन खेड दे नाल संबंधित हैगे नेगे। बाकी गल बैडमिंटन वर्ल्ड फेडरेशन की करते हैं। स्थापना तो 1934 के हुई सी जी। और यदा ऑफिस की गल करिए तो कुआलालंपुर मलेशिया के इहदा ऑफिस हैगा, ठीक है। सो ये भी नाल ध्यान में रखना। अच्छा गल इन्हां दे 2021 तक पोस्टपोन किए ने तो कई गेम्स 2021 होनियां ने वो आप एक बार रिवाइज कर लैंदे जिवें कि 2021 दे विच जिहड़ा भारत अपना देश हैगा पहली बार साइकिल समिट की जिहड़ी मेज़बानी करेगा। और जिहड़ा ये साइकिल समिट है ये साइकिल फैडरेशन ऑफ इंडिया के वल्लों करवाई जाएगी, ठीक है। और जिहड़ी ये समिट हैगी ये बॉम्बे ते बेंगलुरु इंडिया के दोनों शहरों के होनी हैगी। इस तो इलावा 2021 के विच जिहड़ा इंडिया गा ये ब्रिक्स गेम्स की भी मेज़बानी करने वाला 2021 विच। और इस तो इलावा 2021 विच सब तो इंपोर्टेंट टोक्यो ओलंपिक्स होनियां ने जी। और अगर आप फीफा की गल करिए, ठीक है, फुटबॉल की गल करिए तो फीफा के विच अंडर 20 जिहड़ा मैनस का वर्ल्ड कप हैगा वो भी होना गा। और जिहड़ा होना इंडोनेशिया कंट्री के विच होना गा। और इस तो इलावा फीफा का ही अंडर 17 वर्ल्ड कप भी होना गा। अंडर 17 की गल करिए मैनस वर्ल्ड कप है जिहड़ा ये पेरू कंट्री में होना जी। और अंडर 17 विच फीफा का जिहड़ा वूमेंस कप है ये इंपोर्टेंट बनेगा क्योंकि ये अपने इंडिया विच होण जा रहा है। इस तो इलावा आप अगर क्रिकेट की गल करिए तो क्रिकेट का 2021 विच ICC T20 जिहड़ा वर्ल्ड कप होना गा, ठीक है। और जिहड़ा ICC T20 वर्ल्ड कप है इहनूं जिहड़ी मेज़बानी करेगा मैनस टीम की तो वह करेगा जी अपना इंडिया कंट्री। और ICC T20 वूमेंस जिहड़ी टीम होएगी उसकी मेज़बानी करेगा जी न्यूजीलैंड देश, ठीक है। सो ये सारे फैक्ट 2021 नाल रिलेटेड जा रख सकते हो गेम्स नाल, ठीक है। गल करते अज दे अगले क्वेश्चन बारे जी हुण।
ਹੂ ਹੈਜ਼ ਬੀਨ ਸਿਲੈਕਟਡ ਐਜ਼ ਦੀ ਬ੍ਰਾਂਡ ਅੰਬੈਸਡਰ ਆਫ ਪੇਟੀਐਮ ਫਸਟ ਗੇਮ। ਕਿਸ ਨੂੰ ਪੇਟੀਐਮ ਫਸਟ ਗੇਮ ਦਾ ਨਵਾਂ ਬ੍ਰਾਂਡ ਅੰਬੈਸਡਰ ਵਜੋਂ ਚੁਣਿਆ ਗਿਆ ਹੈ? ਤਾਂ ਇਹ ਚੁਣਿਆ ਗਿਆ ਜੀ ਸਚਿਨ ਤੇਂਦੁਲਕਰ ਸਾਹਿਬ ਨੂੰ, ਠੀਕ ਹੈ ਨਾ। ਅਗਰ ਆਪਾਂ ਪੇਟੀਐਮ ਫਸਟ ਗੇਮ ਦੀ ਗੱਲ ਕਰੀਏ ਤਾਂ ਇਹ ਜਿਹੜੀ ਪੇਟੀਐਮ ਕੰਪਨੀ ਆ ਉਹਦੀ ਇੱਕ ਬ੍ਰਾਂਚ ਕੰਪਨੀ ਇਹ ਹੈਗੀ ਔਰ ਇਸ ਦੇ ਨਵੇਂ ਬ੍ਰਾਂਡ ਅੰਬੈਸਡਰ ਹੁਣ ਚੁਣ ਲਏ ਗਏ ਨੇਗੇ। ਬਾਕੀ ਅਗਰ ਆਪਾਂ ਪੇਟੀਐਮ ਬਾਰੇ ਗੱਲ ਕਰੀਏ ਤਾਂ ਇਹ ਨਾਲ ਤੁਹਾਨੂੰ ਇੱਕ ਫੈਕਟ ਦੱਸਦਾ, ਜਿਹੜੇ ਪੇਟੀਐਮ ਕੰਪਨੀ ਹੈਗੀ ਇਹ 2022 ਤੱਕ ਜਿਹੜੇ IPL ਹੁੰਦੇ ਆ ਨਾ ਉਹਦੇ ਅਫੀਸ਼ੀਅਲ ਅੰਪਾਇਰ ਦੀ ਪਾਰਟਨਰ ਕੰਪਨੀ ਬਣੀ ਹੋਈ ਹੈ, ਠੀਕ ਹੈ ਨਾ। ਬਾਕੀ ਇਸ ਤੋਂ ਇਲਾਵਾ ਅਗਰ ਆਪਾਂ ਪੇਟੀਐਮ ਦੀ ਗੱਲ ਕਰੀਏ, ਸਥਾਪਨਾ ਤਾਂ ਇਹਦੀ 2010 ਵਿੱਚ ਹੋਈ ਸੀ। ਕਿੱਥੇ ਹੋਈ ਸੀ? ਨੋਇਡਾ ਦੇ ਵਿੱਚ ਹੋਈ ਸੀ। ਅਗਰ ਆਪਾਂ ਗੱਲ ਕਰੀਏ ਵੀ ਸਥਾਪਨਾ ਕੀਤੀ ਕਿਹਨੇ ਸੀ, ਤਾਂ ਯਾਦ ਰੱਖਣਾ ਵਿਜੇ ਸ਼ੇਖਰ ਸ਼ਰਮਾ ਦੇ ਦੁਆਰਾ ਦੀ ਸਥਾਪਨਾ ਕੀਤੀ ਗਈ ਸੀ। ਅੱਛਾ, ਅਤੇ ਅਗਰ ਆਪਾਂ ਹੁਣ ਇਹ ਵੀ ਫੈਕਟ ਯਾਦ ਰੱਖਣਾ ਪਏਗਾ ਵੀ ਪੇਟੀਐਮ ਦੇ ਇਹਦੇ ਪ੍ਰੈਜ਼ੀਡੈਂਟ ਕੌਣ ਨੇਗੇ, ਤਾਂ ਪ੍ਰੈਜ਼ੀਡੈਂਟ ਹੈਗੇ ਨੇ ਜੀ ਅਮਿਤ ਨਾਇਰ, ਠੀਕ ਹੈ। ਅਮਿਤ ਨਾਇਰ ਬ੍ਰਾਂਡ ਇਹਦੇ ਪ੍ਰੈਜ਼ੀਡੈਂਟ ਬਣੇ ਹੋਏ ਨੇਗੇ। ਗੱਲ ਕਰਦੇ ਹਾਂ ਅੱਜ ਦੇ ਅਗਲੇ ਕੁਐਸਚਨ ਬਾਰੇ ਹੁਣ। ਵਿਚ ਸਟੇਟ ਹੈਜ਼ ਇਨੋਗ੍ਰੇਟਡ ਵੇਰੀਅਸ ਪ੍ਰੋਜੈਕਟ ਅੰਡਰ ਦੀ ਨਮਾਮੀ ਗੰਗਾ ਸਕੀਮ ਐਂਡ ਅੰਮ੍ਰਿਤ ਸਕੀਮ। ਕਿਹੜੇ ਰਾਜ ਨੇ ਨਮਾਮੀ ਗੰਗਾ ਯੋਜਨਾ ਅਤੇ ਅੰਮ੍ਰਿਤ ਯੋਜਨਾ ਦੇ ਤਹਿਤ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਹੈ? ਤਾਂ ਇਹ ਉਦਘਾਟਨ ਕੀਤਾ ਜੀ ਬਿਹਾਰ ਰਾਜ ਦੇ ਵਿੱਚ। ਦੇਖੋ ਬਿਹਾਰ ਦੇ ਵਿੱਚ ਨਮਾਮੀ ਗੰਗਾ ਅਤੇ ਅੰਮ੍ਰਿਤ ਯੋਜਨਾ, ਇਹਨਾਂ ਦੋਨਾਂ ਯੋਜਨਾ ਦੇ ਤਹਿਤ ਕੁਝ ਪ੍ਰੋਜੈਕਟ ਸ਼ੁਰੂ ਕੀਤੇ ਗਏ ਨੇਗੇ ਔਰ ਇਹ ਪ੍ਰੋਜੈਕਟ ਖਾਸ ਕਰਕੇ ਬਿਹਾਰ ਦੇ ਵਿੱਚ ਸੀਵਰੇਜ ਪ੍ਰਬੰਧ ਅਤੇ ਪਾਣੀ ਸੰਬੰਧੀ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਨੇਗੀਆਂ ਉਹਨਾਂ ਨੂੰ ਲੈ ਕੇ ਇਹ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਇਹਨਾਂ ਦੋਨਾਂ ਯੋਜਨਾਵਾਂ ਦੇ ਅੰਡਰ। ਬਾਕੀ ਬਿਹਾਰ ਨਾਲ ਰਿਲੇਟਡ ਯਾਦ ਰੱਖਣਾ, ਇੱਥੋਂ ਦੀ ਕੈਪੀਟਲ ਦਾ ਪਟਨਾ ਹੈਗੀ। ਬਿਹਾਰ ਦੇ ਮੁੱਖ ਮੰਤਰੀ ਨਾਂ ਹੈਗਾ ਜੀ ਨਿਤੀਸ਼ ਕੁਮਾਰ ਸਾਹਿਬ ਔਰ ਬਿਹਾਰ ਦੇ ਅਗਰ ਆਪਾਂ ਗਵਰਨਰ ਦੀ ਗੱਲ ਕਰੀਏ ਤਾਂ ਫੱਗੂ ਚੌਹਾਨ, ਠੀਕ ਹੈ ਨਾ। ਫੱਗੂ ਚੌਹਾਨ ਇੱਥੇ ਗਵਰਨਰ ਬਣੇ ਹੋਏ ਨੇ। ਗੱਲ ਬਿਹਾਰ ਦੀ ਹੈਗੀ ਤਾਂ ਬਿਹਾਰ ਨੇ ਕੋਵਿਡ ਕਰਕੇ ਰੀਸੈਂਟ ਦੇ ਵਿੱਚ ਇੱਕ ਐਪਲੀਕੇਸ਼ਨ ਲਾਂਚ ਕੀਤਾ ਸੀ, ਸੰਜੀਵਨੀ ਐਪਲੀਕੇਸ਼ਨ, ਠੀਕ ਹੈ ਨਾ। ਸੰਜੀਵਨੀ ਐਪਲੀਕੇਸ਼ਨ ਬਿਹਾਰ ਨੇ। ਇਸ ਤੋਂ ਇਲਾਵਾ ਬਿਹਾਰ ਨੇ ਹੀ ਇੰਦਰ ਬੱਜਰ ਨਾਂ ਦਾ ਐਪਲੀਕੇਸ਼ਨ ਵੀ ਡਿਵੈਲਪ ਕੀਤਾ ਸੀ ਤਾਂ ਕਿ ਜਿਹੜੀ ਬਿਜਲੀ ਡਿੱਗਦੀ ਹੈ ਨਾ ਉਹਦੇ ਪ੍ਰਤੀ ਚੇਤਾਵਨੀ ਇਹਨਾਂ ਨੂੰ ਪਹਿਲੇ ਹੀ ਮਿਲ ਸਕੇ। ਅੱਛਾ, ਗੱਲ ਬਿਹਾਰ ਦੀ ਆ, ਤੁਹਾਨੂੰ ਇੱਕ ਇੰਪੋਰਟੈਂਟ ਨਿਊਜ਼ ਦੱਸ ਦਾਂਗਾ। ਆਪਣੇ ਜਿਹੜੇ PM ਨੇ ਨਰਿੰਦਰ ਮੋਦੀ, ਠੀਕ ਹੈ। ਬਿਹਾਰ ਦਾ ਇੱਕ ਜ਼ਿਲ੍ਹਾ ਗਾ ਖਖੜੀਆ ਜ਼ਿਲ੍ਹਾ, ਉੱਥੋਂ ਦਾ ਇੱਕ ਪਿੰਡ ਆ ਤੇਲੀਹਾਰ ਪਿੰਡ ਦੇ ਵਿੱਚ ਨਰਿੰਦਰ ਮੋਦੀ ਨੇ ਗਰੀਬ ਕਲਿਆਣ ਰੋਜ਼ਗਾਰ ਅਭਿਆਨ ਦੀ ਸ਼ੁਰੂਆਤ ਕੀਤੀ ਸੀਗੀ। ਇਸ ਤੋਂ ਇਲਾਵਾ ਬਿਹਾਰ ਨਾਲ ਰਿਲੇਟਡ ਇੱਕ ਦੋ ਫੈਕਟ ਹੋਰ ਇੰਪੋਰਟੈਂਟ ਨੇ, ਜਿਵੇਂ ਕਿ ਬਿਹਾਰ ਦੇ ਵਿੱਚ ਨਾ ਇੱਕ ਬਗਲਪੁਰ ਨਾਂ ਦਾ ਇਲਾਕਾ ਗਾ, ਉੱਥੇ ਆਪਣੇ ਭਾਰਤ ਦਾ ਇੱਕੋ ਇੱਕ ਕਛੂਆ ਪੁਨਰਵਾਸ ਕੇਂਦਰ ਵੀ ਬਣਿਆ ਹੋਇਆ ਗਾ। ਤਾਂ ਇਹ ਇੰਪੋਰਟੈਂਟ ਹੈ, ਪੁੱਛਿਆ ਜਾ ਸਕਦਾ ਵੀ ਕਛੂਆ ਪੁਨਰਵਾਸ ਕੇਂਦਰ ਕਿੱਥੇ ਆ, ਤਾਂ ਇੱਕੋ ਇੱਕ ਥਾਂ 'ਤੇ ਹੈ ਬਗਲਪੁਰ ਦੇ ਵਿੱਚ ਭਾਰਤ ਦੇ ਵਿੱਚ, ਠੀਕ ਹੈ। ਔਰ ਇਸ ਤੋਂ ਇਲਾਵਾ ਬਿਹਾਰ ਇੱਕੋ ਇੱਕ ਅਜਿਹਾ ਆਪਣਾ ਸਟੇਟ ਆ ਆਪਣੇ ਇੰਡੀਆ ਦਾ ਜਿੱਥੇ ਜਿਹੜੇ ਡੋਲਫਿਨਾਂ ਨੇ ਨਾ ਉਹਨਾਂ ਦੀ ਇੱਕ ਵਾਈਲਡ ਲਾਈਫ ਸੈਂਚੁਰੀ ਬਣਾਈ ਹੋਈ ਹੈ। ਜਿਹੜੀ ਡੋਲਫਿਨ ਹੈ ਇਹਦੀ ਵਾਈਲਡ ਲਾਈਫ ਸੈਂਚੁਰੀ ਦਾ ਨਾਮ ਇੰਪੋਰਟੈਂਟ ਬਣਦਾ ਗਾ ਵਿਕਰਮਸ਼ਿਲਾ ਗੰਗਟੇਕ ਵਾਈਲਡ ਲਾਈਫ ਸੈਂਚੁਰੀ, ਠੀਕ ਹੈ। ਇਹ ਵੀ ਇੱਕੋ ਇੱਕ ਹੀ ਹੈਗੀ ਆਪਣੇ ਭਾਰਤ ਵਿੱਚ। ਬਾਕੀ ਇਸ ਤੋਂ ਇਲਾਵਾ ਬਿਹਾਰ ਦਾ ਦੁੱਖ ਕਿਸ ਨੂੰ ਕਹਿੰਦੇ ਨੇ ਜਾਂ ਬਿਹਾਰ ਦਾ ਸ਼ੋਕ ਕਿਹੜੀ ਰਿਵਰ ਨੂੰ ਕਹਿੰਦੇ ਨੇ, ਤਾਂ ਯਾਦ ਰੱਖਣਾ ਜੀ ਕੋਸੀ ਨਦੀ ਨੂੰ ਕਹਿੰਦੇ ਨੇ ਬਿਹਾਰ ਦਾ ਸ਼ੋਕ, ਠੀਕ ਹੈ। ਇਹ ਬਿਹਾਰ ਦੇ ਸ਼ੋਕ ਵਾਲਾ ਕੁਐਸਚਨ ਤਾਂ ਵੈਰੀ ਇੰਪੋਰਟੈਂਟ ਹੈ, ਬਹੁਤ ਵਾਰੀ ਪੇਪਰ ਵਿੱਚ ਆਇਆ ਗਾ। ਬਾਕੀ ਅੱਛਾ, ਗੱਲ ਬਿਹਾਰ ਦੀ ਕਰ ਰਹੇ ਹਾਂ ਤਾਂ ਬਿਹਾਰ ਦੀ ਸਥਾਪਨਾ ਤਾਂ ਹੋਈ ਸੀ 22 ਮਾਰਚ ਨੂੰ, ਠੀਕ ਹੈ ਨਾ। 22 ਮਾਰਚ ਨੂੰ ਹੀ ਯਾਦ ਰੱਖਣਾ ਬਿਹਾਰ ਦਿਵਸ ਵੀ ਮਨਾਇਆ ਜਾਂਦਾ ਗਾ ਔਰ ਇਸ ਤੋਂ ਇਲਾਵਾ 22 ਮਾਰਚ ਨੂੰ ਹੀ ਵਰਲਡ ਵਾਟਰ ਡੇ ਵੀ ਮਨਾਇਆ ਜਾਂਦਾ, ਠੀਕ ਹੈ ਨਾ। ਬਾਕੀ ਗੱਲ ਕਰਦੇ ਹਾਂ ਅੱਜ ਦੇ ਅਗਲੇ ਕੁਐਸਚਨ ਬਾਰੇ ਜੀ ਹੁਣ। ਵਟ ਇਜ਼ ਦੀ ਪੋਜੀਸ਼ਨ ਆਫ ਇੰਡੀਆ ਇਨ ਰਿਲੀਜ਼ਡ ਗਲੋਬਲ ਹਾਊਸ ਪ੍ਰਾਈਜ਼ ਇੰਡੈਕਸ 2020। ਗਲੋਬਲ ਹਾਊਸ ਪ੍ਰਾਈਜ਼ ਇੰਡੈਕਸ ਜਾਰੀ ਹੋਇਆ ਜੀ, ਇਹਦੇ ਵਿੱਚ ਭਾਰਤ ਦੀ ਆਪਣੀ ਸਥਿਤੀ ਦੱਸਣੀ ਹੈ ਵੀ ਕੀ ਸਥਿਤੀ ਹੈ। ਤਾਂ ਭਾਰਤ ਇਸ ਇੰਡੈਕਸ ਦੇ ਵਿੱਚ 54ਵੇਂ ਨੰਬਰ 'ਤੇ ਰਿਹਾ ਗਾ, ਠੀਕ ਹੈ ਨਾ। ਅਗਰ ਆਪਾਂ ਗੱਲ ਕਰੀਏ ਵੀ ਜਿਹੜਾ ਗਲੋਬਲ ਹਾਊਸ ਪ੍ਰਾਈਜ਼ ਇੰਡੈਕਸ ਆ, ਇੱਕ ਕੰਪਨੀ ਹੈ ਜੀ ਨਾਈਟ ਫਰੈਂਕ ਨਾਂ ਦੀ, ਠੀਕ ਹੈ। ਨਾਈਟ ਫਰੈਂਕ ਨਾਂ ਦੀ ਕੰਪਨੀ ਹੈ। ਇਸ ਕੰਪਨੀ ਦੇ ਦੁਆਰਾ ਇੰਡੈਕਸ ਨੂੰ ਜਾਰੀ ਕੀਤਾ ਗਿਆ। ਟੋਟਲ ਇਸ ਲਿਸਟ ਦੇ ਵਿੱਚ ਵਰਲਡ ਦੇ 56 ਦੇਸ਼ ਜਿਹੜੇ ਸ਼ਾਮਿਲ ਕੀਤੇ ਗਏ ਸੀ, ਟੌਪ 56 ਦੇਸ਼, ਜਿਹਦੇ ਵਿੱਚ ਕੀ ਜਿਹੜਾ ਭਾਰਤ 54ਵੇਂ ਨੰਬਰ 'ਤੇ ਆ। ਅੱਛਾ, ਭਾਰਤ ਦਾ 54ਵੇਂ ਨੰਬਰ 'ਤੇ ਆ। ਪਹਿਲੇ ਨੰਬਰ 'ਤੇ ਕਿਹੜੀ ਕੰਟਰੀ ਹੈ, ਤਾਂ ਯਾਦ ਰੱਖਣਾ ਤੁਰਕੀ ਦੇਸ਼, ਠੀਕ ਹੈ ਨਾ। ਤੁਰਕੀ ਜਿਹੜਾ ਦੇਸ਼ ਆ ਇਸ ਲਿਸਟ ਵਿੱਚ ਪਹਿਲੇ ਨੰਬਰ 'ਤੇ ਆ। ਬਸ ਸਿੱਧੀ ਆਪਣੀ ਰੈਂਕਿੰਗ ਯਾਦ ਰੱਖਣੀ ਹੈਗੀ, ਠੀਕ ਹੈ ਜੀ। ਗੱਲ ਕਰਦੇ ਅੱਜ ਦੇ ਅਗਲੇ ਕੁਐਸਚਨ ਬਾਰੇ ਹੁਣ। ਹੂ ਹੈਜ਼ ਬੀਨ ਅਪੋਇੰਟਡ ਐਜ਼ ਦੀ ਨਿਊ ਕਲਚਰਲ ਰੀਪ੍ਰਜੈਂਟੇਟਿਵ ਆਫ ਦੀ ਇੰਡੀਅਨ ਕੌਂਸਲ ਫਾਰ ਕਲਚਰਲ ਰਿਲੇਸ਼ਨਸ। ਕਿਸ ਨੂੰ ਇੰਡੀਅਨ ਕੌਂਸਲ ਫਾਰ ਕਲਚਰਲ ਰਿਲੇਸ਼ਨ ਦਾ ਸਭਾ ਦਾ ਨਵਾਂ ਸੱਭਿਆਚਾਰਕ ਪ੍ਰਤੀਨਿਧੀ ਨਿਯੁਕਤ ਕੀਤਾ ਗਿਆ ਹੈ? ਤਾਂ ਇਹ ਨਿਯੁਕਤ ਕੀਤਾ ਗਿਆ ਜੀ ਵਿਵੇਕ ਰੰਜਨ ਅਗਨੀਹੋਤਰੀ ਨੂੰ ਨਿਯੁਕਤ ਕੀਤਾ ਗਿਆ ਹੈ ਇਸ ਸਭਾ ਦਾ ਨਵਾਂ ਪ੍ਰਤੀਨਿਧੀ ਵਜੋਂ। ਬਾਕੀ ਵਿਵੇਕ ਰੰਜਨ ਅਗਨੀਹੋਤਰੀ ਬਾਰੇ ਲਗਭਗ ਤੁਹਾਨੂੰ ਪਤਾ ਹੋਏਗਾ, ਬਹੁਤ ਮਸ਼ਹੂਰ ਇੱਕ ਫਿਲਮ ਮੇਕਰ ਹੈਗੇ ਨੇ, ਫਿਲਮ ਨਿਰਮਾਤਾ ਹੈਗੇ ਨੇ ਇਹ। ਔਰ ਇਸ ਤੋਂ ਇਲਾਵਾ ਵਿਵੇਕ ਰੰਜਨ ਅਗਨੀਹੋਤਰੀ ਆਪਣੇ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਟ ਦੇ ਵੀ ਮੈਂਬਰ ਬਣੇ ਹੋਏ ਨੇਗੇ।
ਸੋ ਅਗਰ ਆਪਾਂ ਗੱਲ ਕਰੀਏ ਵੀ ਇੰਡੀਅਨ ਕੌਂਸਲ ਫॉर ਕਲਚਰਲ ਰਿਲੇਸ਼ਨਸ ਦੀ, ਠੀਕ ਹੈ, ਇਸ ਦੀ ਸਥਾਪਨਾ ਦੀ ਅਗਰ ਆਪਾਂ ਗੱਲ ਕਰੀਏ ਤਾਂ 1950 ਵਿੱਚ ਇਹਦੀ ਸਥਾਪਨਾ ਹੋਈ ਸੀ। ਔਰ ਸਥਾਪਨਾ ਇਹਦੀ ਪਤਾ ਕਿਹਦੇ ਦੁਆਰਾ ਕੀਤੀ ਗਈ ਸੀ? ਮੌਲਾਨਾ ਅਬੁਲ ਕਲਾਮ ਆਜ਼ਾਦ ਦੇ ਦੁਆਰਾ ਇਹਦੀ ਸਥਾਪਨਾ ਕੀਤੀ ਗਈ ਸੀ। ਮੌਲਾਨਾ ਅਬੁਲ ਕਲਾਮ ਆਜ਼ਾਦ ਕੌਣ ਨੇ? ਆਪਣੇ ਸੁਤੰਤਰ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਸੀ, ਠੀਕ ਹੈ। ਸੋ ਉਹਨਾਂ ਨੇ ਇਹਨਾਂ ਦੀ ਸਥਾਪਨਾ ਵੀ ਕੀਤੀ ਸੀਗੀ। ਬਾਕੀ ਗੱਲ ਕਰਦੇ ਅੱਜ ਦੇ ਅਗਲੇ ਕੁਐਸਚਨ ਬਾਰੇ ਜੀ। ਹੁਣ ਹੂ ਹੈਜ਼ ਰਿਟਨ ਅ ਬੁੱਕ ਕਾਲਡ ਆ ਪ੍ਰੋਮਿਸਡ ਲੈਂਡ, ਕਿਸ ਨੇ ਆ ਪ੍ਰੋਮਿਸਡ ਲੈਂਡ ਨਾਮਕ ਕਿਤਾਬ ਨੂੰ ਲਿਖਿਆ ਹੈ? ਤਾਂ ਇਸ ਬੁੱਕ ਨੂੰ ਲਿਖਿਆ ਅਮਰੀਕਾ ਦੇ ਪੂਰਵ ਪ੍ਰੈਜ਼ੀਡੈਂਟ ਬਰਾਕ ਓਬਾਮਾ ਦੇ ਦੁਆਰਾ। ਬਰਾਕ ਓਬਾਮਾ ਨੇ ਇਸ ਬੁੱਕ ਨੂੰ ਲਿਖਿਆ ਗਾ ਔਰ ਇਸ ਬੁੱਕ ਦਾ ਨਾਮ ਹੈ ਆ ਪ੍ਰੋਮਿਸਡ ਲੈਂਡ। ਧਿਆਨ ਵਿੱਚ ਰੱਖਣਾ, ਇੰਪੋਰਟੈਂਟ ਬੁੱਕ ਬਣੇਗੀ। ਬਾਕੀ ਬਰਾਕ ਓਬਾਮਾ ਦੁਆਰਾ ਹਜੇ ਬੁੱਕ ਨੂੰ ਲਿਖਿਆ ਗਿਆ ਗਾ। ਇਸ ਬੁੱਕ ਨੂੰ ਰਿਲੀਜ਼ ਕੀਤਾ ਜਾਵੇਗਾ ਅਮਰੀਕਾ ਵਿੱਚ ਜਦੋਂ ਵੋਟਾਂ ਹੋ ਗਈਆਂ, ਯਾਨੀ ਕਿ ਨਵੰਬਰ ਮੰਥ ਦੇ ਵਿੱਚ ਇਸ ਨੂੰ ਰਿਲੀਜ਼ ਕੀਤਾ ਜਾਵੇਗਾ। ਔਰ ਡੇਟ ਦੀ ਗੱਲ ਕਰੀਏ ਤਾਂ 17 ਨਵੰਬਰ ਡੇਟ ਨੂੰ ਰਿਲੀਜ਼ ਕੀਤਾ ਜਾਵੇਗਾ। ਬਾਕੀ ਉਸਤਾਦ ਗਾਇਮਦ ਬਾਰੇ ਆਪਾਂ ਨੇ ਪੜ੍ਹਿਆ ਸੀ, ਇਹਨਾਂ ਨੇ ਇੱਕ ਬੁੱਕ ਲਿਖੀ ਸੀ ਜਿੰਨਾ ਹਿਜ਼ ਸਕਸੈਸ ਫੇਲਿਅਰ ਐਂਡ ਰੋਲ ਇਨ ਹਿਸਟਰੀ, ਠੀਕ ਹੈ। ਸੋ ਇਹਨਾਂ ਦੀ ਬੁੱਕ ਦਾ ਨਾਮ ਵੀ ਇੰਪੋਰਟੈਂਟ ਬਣਦਾ ਗਾ, ਇਹ ਵੀ ਧਿਆਨ ਵਿੱਚ ਰੱਖਿਓ। ਗੱਲ ਕਰਦੇ ਆ ਜਿਹੜੇ ਅਗਲੇ ਕੁਐਸਚਨ ਬਾਰੇ ਜੀ। ਵਿਚ ਬੈਂਕ ਟੂ ਐਕਸਪੈਂਡ ਕਸਟਮਰ ਸਰਵਿਸ ਆਈ ਲੀਡ 2.0 ਸਿਸਟਮ ਲਾਂਚਡ, ਕਿਸ ਬੈਂਕ ਦੇ ਦੁਆਰਾ ਆਈ ਲੀਡ 2.0 ਸਿਸਟਮ ਨੂੰ ਲਾਂਚ ਕੀਤਾ ਹੈ? ਤਾਂ ਇਸ ਸਿਸਟਮ ਨੂੰ ਲਾਂਚ ਕੀਤਾ ਜੀ ਕੇਨਰਾ ਬੈਂਕ ਦੇ ਦੁਆਰਾ। ਅਸਲ ਦੇ ਵਿੱਚ ਆਈ ਲੀਡ 2.0 ਇਹ ਕਾਹਦੇ ਵਾਸਤੇ ਆ? ਕਸਟਮਰ ਸਰਵਿਸ ਨੂੰ ਬੂਸਟ ਕਰਨ ਵਾਸਤੇ ਆ, ਆਪਣੇ ਕਸਟਮਰਾਂ ਨੂੰ ਨਵੀਆਂ ਸਹੂਲਤਾਂ ਦੇਣ ਵਾਸਤੇ ਲਾਂਚ ਕੀਤਾ ਗਿਆ ਹੈ। ਬਾਕੀ ਆਈ ਤੋਂ ਯਾਦ ਰੱਖ ਸਕਦੇ ਹੋ, ਆਈ ਦਾ ਮਤਲਬ ਇਹਨਾਂ ਨੇ ਰੱਖਿਆ ਗਾ ਇੰਸਪਾਇਰਿੰਗ ਲੀਡ ਸਿਸਟਮ, ਇਹਦਾ ਪੂਰਾ ਨਾਮ ਹੈਗਾ ਗਾ, ਠੀਕ ਹੈ। ਸੋ ਲਾਂਚ ਕੀਤਾ ਇਹਨੇ ਕੇਨਰਾ ਬੈਂਕ ਦੇ ਦੁਆਰਾ, ਇਸ ਨੂੰ ਲਾਂਚ ਕੀਤਾ ਗਿਆ ਗਾ। ਬਾਕੀ ਕੋਟਕ ਮਹਿੰਦਰਾ ਬੈਂਕ ਬਾਰੇ ਪੜ੍ਹ ਲੈਂਦੇ ਹੈਗੇ। ਇਹਨਾਂ ਨੇ ਰੀਸੈਂਟ ਦੇ ਵਿੱਚ ਕੋਨਾ ਉਮੀਦ ਕੈਂਪੇਨ ਨੂੰ ਲਾਂਚ ਕੀਤਾ ਸੀਗਾ। ਔਰ ਇਸ ਤੋਂ ਇਲਾਵਾ SBI ਬਾਰੇ ਇੰਪੋਰਟੈਂਟ ਬਣੇਗਾ, ਠੀਕ ਹੈ। ਰੀਸੈਂਟ ਦੀ ਨਿਊਜ਼ ਤੁਹਾਨੂੰ ਦੱਸਦਾ, ਕੱਲ੍ਹ ਪਰਸੋਂ ਦੀ। SBI ਨੇ ਨਾ ਟਾਈਟਨ ਕੰਪਨੀ ਨਾਲ ਸਮਝੌਤਾ ਕੀਤਾ ਗਾ ਔਰ ਇਸ ਸਮਝੌਤੇ ਦੇ ਵਿੱਚ ਇਹਨਾਂ ਨੇ ਨਾ ਇੱਕ ਟਾਈਟਨ ਪੇ ਨਾਂ ਦੀ ਨਾ ਘੜੀ ਨੂੰ ਲਾਂਚ ਕੀਤਾ। ਟਾਈਟਨ ਦੇਖੋ ਕੰਪਨੀ ਹੈ ਘੜੀਆਂ ਦੀ ਬਹੁਤ ਮਸ਼ਹੂਰ, ਔਰ SBI ਨੇ ਨਾ ਸਮਝੌਤਾ ਕਰਕੇ ਟਾਈਟਨ ਪੇ ਨਾਂ ਦੀ ਇੱਕ ਘੜੀ ਨੂੰ ਲਾਂਚ ਕੀਤਾ ਹੈ। ਔਰ ਖ਼ਾਸ ਗੱਲ ਇਸ ਘੜੀ ਵਿੱਚ ਇਹ ਹੈਗੀ, ਭਾਰਤ ਦੀ ਪਹਿਲੀ ਕੰਟੈਕਟਲੈਸ ਘੜੀ ਇਹ ਹੈਗੀ, ਠੀਕ ਹੈ ਨਾ। ਤਾਂ ਇਹਨੇ ਫੈਕਟ ਇਸ ਕੁਐਸਚਨ ਨਾਲ ਰਿਲੇਟਡ ਯਾਦ ਰੱਖ ਰਹੇ ਨੇ। ਬਾਕੀ ਕੇਨਰਾ ਬੈਂਕ ਬਾਰੇ ਗੱਲ ਕਰ ਲੈਂਦੇ। ਕੇਨਰਾ ਬੈਂਕ ਦੀ ਆਪਣਾ ਸਥਾਪਨਾ ਦੀ ਗੱਲ ਕਰੀਏ ਤਾਂ 1906 ਦੇ ਵਿੱਚ ਤਾਂ ਇਹਦੀ ਸਥਾਪਨਾ ਹੋਈ ਸੀ ਜੀ। ਬੈਂਗਲੁਰੂ ਦੇ ਵਿੱਚ ਇਹਦਾ ਆਫਿਸ ਹੈਗਾ ਗਾ। ਔਰ ਐਟ ਪ੍ਰੈਜ਼ੈਂਟ ਇਹਦੇ CEO ਅਤੇ MD ਦੀ ਗੱਲ ਕਰੀਏ ਤਾਂ ਲਿੰਗਮ ਵੇਂਕਟ ਸ਼੍ਰੀ ਨਿਵਾਸਨ ਇਹਦੇ MD ਅਤੇ CEO ਹੈਗੇ ਨੇਗੇ, ਠੀਕ ਹੈ। ਸੋ ਇਹਨੇ ਫੈਕਟ ਯਾਦ ਰੱਖ ਲੈਣੇ ਨੇ। ਕਿ ਗੱਲ ਕਰਦੇ ਅੱਜ ਦੇ ਅਗਲੇ ਕੁਐਸਚਨ ਬਾਰੇ ਜੀ। ਵਿਚ ਇੰਡੀਅਨ ਵਾਜ਼ ਇਨਕਲੂਡਡ ਇਨ ਦੀ UN's 2020 ਕਲਾਸ ਆਫ 17 ਯੰਗ ਲੀਡਰ ਲਿਸਟ, ਕਿਹੜੇ ਭਾਰਤੀ ਨੂੰ ਯੂਨਾਈਟਿਡ ਨੇਸ਼ਨ ਦੀ ਕਲਾਸ ਆਫ 17 ਯੰਗ ਲੀਡਰ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ? 70 ਤਾਂ ਲਿਖਿਆ ਕਿਉਂਕਿ ਜਿਹੜੇ ਯੰਗ ਲੀਡਰ ਹੁੰਦੇ ਨੇਗੇ, ਠੀਕ ਹੈ। ਤਾਂ ਇਹਨਾਂ ਵਿੱਚ ਸ਼ਾਮਿਲ ਕੀਤਾ ਗਿਆ ਆਪਣਾ ਭਾਰਤੀ ਉਦਿਤ ਸਿੰਘਲ ਨੂੰ ਸ਼ਾਮਿਲ ਕੀਤਾ ਗਿਆ ਹੈ। ਉਦਿਤ ਸਿੰਘਲ ਦੀ ਗੱਲ ਕਰੀਏ ਤਾਂ ਇਹਨਾਂ ਦੀ ਇੱਕ ਕੰਪਨੀ ਹੈ ਜੀ ਗਲਾਸ ਟੂ ਸੈਂਡ, ਠੀਕ ਹੈ ਨਾ। ਤਾਂ ਇਹਨਾਂ ਦੀ ਕੰਪਨੀ ਕੀ ਕਰਦੀ ਹੈ ਨਾ, ਦੇਖੋ ਜਿਹੜੇ ਵੀ ਆਪਾਂ ਆਮ ਘਰਾਂ ਵਿੱਚ ਕੋਈ ਵੀ ਕੱਚ ਦਾ ਸਮਾਨ ਵਰਤਦੇ ਹਾਂ ਜਾਂ ਕੋਈ ਗਲਾਸ ਵਗੈਰਾ ਜਾਂ ਵੈਸੇ ਵੀ ਕੋਈ ਕੱਚ ਦਾ ਸਮਾਨ ਹੁੰਦਾ, ਆਪਾਂ ਆਸੇ-ਪਾਸੇ ਇੱਦਾਂ ਹੀ ਸਿੱਟ ਦਿੰਦੇ ਹੈਗੇ, ਠੀਕ ਹੈ, ਜਾਂ ਫਿਰ ਮਿੱਟੀ ਵਿੱਚ ਦਫਨਾ ਦਿੰਦੇ ਹਾਂ। ਤਾਂ ਇਹਨਾਂ ਦੀ ਕੰਪਨੀ ਗਲਾਸ ਟੂ ਸੈਂਡ ਕਿਸੇ ਵੀ ਤਰ੍ਹਾਂ ਦਾ ਕੱਚ ਦਾ ਸਮਾਨ ਹੁੰਦਾ ਗਾ ਤਾਂ ਉਹਨੂੰ ਇਹ ਪਿਘਲਾ ਲੈਂਦੇ ਨੇਗੇ ਔਰ ਪਿਘਲਾ ਕੇ ਉਹਦਾ ਦੁਬਾਰੇ ਰੀਯੂਜ਼ ਕਰਦੇ ਨੇਗੇ। ਤਾਂ ਕਰਕੇ ਇਹਨਾਂ ਨੂੰ ਜਾਣੀ ਕਿ ਉਦਿਤ ਸਿੰਘਲ ਨੂੰ UN 2020 ਦੀ ਕਲਾਸ ਆਫ 17 ਯੰਗ ਲੀਡਰ ਲਿਸਟ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ। ਬਾਕੀ ਇੰਪੋਰਟੈਂਟ ਬਣੇਗਾ ਇਹਨਾਂ ਨਾਮ ਉਦਿਤ ਸਿੰਘਲ ਔਰ ਇਹਨਾਂ ਦੀ ਕੰਪਨੀ ਨਾਲ ਗਲਾਸ ਟੂ ਸੈਂਡ, ਠੀਕ ਹੈ, ਧਿਆਨ ਵਿੱਚ ਰੱਖਿਓ। ਗੱਲ ਕਰਦੇ ਅੱਜ ਦੇ ਅਗਲੇ ਕੁਐਸਚਨ ਬਾਰੇ ਜੀ। ਵਿਚ ਬੈਂਕ ਲਾਂਚ ਅਮਰਜਿੰਗ ਇੰਟਰਪਰਸਨ ਬਿਜ਼ਨਸ, ਕਿਹੜੇ ਬੈਂਕ ਨੇ ਅਮਰਜਿੰਗ ਇੰਟਰਪਰਸਨ ਬਿਜ਼ਨਸ ਦੀ ਸ਼ੁਰੂਆਤ ਕੀਤੀ ਹੈ? ਤਾਂ ਇਹਦੀ ਸ਼ੁਰੂਆਤ ਕੀਤੀ ਹੈ ਜੀ ਬੰਧਨ ਬੈਂਕ ਦੇ ਦੁਆਰਾ ਇਸ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੇ ਵਿੱਚ ਬਸ ਇਹੀ ਹੋਵੇਗਾ ਵੀ ਜਿਹੜੇ ਇਹਨਾਂ ਦੇ ਗ੍ਰਾਹਕ ਨੇਗੇ ਉਹਨਾਂ ਨੂੰ ਨਵੀਆਂ ਤੋਂ ਨਵੀਆਂ ਜਿਹੜੀਆਂ ਸਹੂਲਤਾਂ ਨੇ ਛੇਤੀ ਤੋਂ ਛੇਤੀ ਪ੍ਰਦਾਨ ਕੀਤੀਆਂ ਜਾਣਗੀਆਂ ਬੰਧਨ ਬੈਂਕ ਦੇ ਗ੍ਰਾਹਕਾਂ ਨੂੰ, ਕਸਟਮਰਸ ਨੂੰ, ਠੀਕ ਹੈ। ਸੋ ਬਸ ਤੁਹਾਨੂੰ ਇਹਦਾ ਧਿਆਨ ਵਿੱਚ ਰੱਖਣਾ, ਅਮਰਜਿੰਗ ਇੰਟਰਪਰਸਨ ਬਿਜ਼ਨਸ ਤਾਂ ਬੰਧਨ ਬੈਂਕ, ਠੀਕ ਹੈ। ਬਾਕੀ ਬੰਧਨ ਬੈਂਕ ਦੀ ਗੱਲ ਕਰੀਏ ਤਾਂ ਇਹਦਾ ਆਫਿਸ ਦਾ ਕੋਲਕਾਤਾ ਦੇ ਵਿੱਚ ਜਿਹੜਾ ਆਫਿਸ ਹੈਗਾ, ਇਹਦੇ MD ਤੇ CEO ਦਾ ਨਾਮ ਧਿਆਨ ਵਿੱਚ ਰੱਖ ਲਿਓ, ਚੰਦਰ ਸ਼ੇਖਰ ਘੋਸ਼, ਠੀਕ ਹੈ। ਬਾਕੀ ਆਪਸ਼ਨ ਨੰਬਰ A ਦੀ ਗੱਲ ਕਰ ਲੈਂਦੇ ਹਾਂ ਜੀ। ਬੈਂਕ ਆਫ ਇੰਡੀਆ ਆਪਾਂ ਨੇ ਪੜ੍ਹਿਆ ਸੀਗਾ ਰੀਸੈਂਟ ਦੇ ਵਿੱਚ ਹੀ ਇਹਨਾਂ ਨੇ ਸਿਗਨੇਚਰ ਵੀਜ਼ਾ ਡੈਬਿਟ ਕਾਰਡ ਨੂੰ ਲਾਂਚ ਕੀਤਾ ਗਾ, ਠੀਕ ਹੈ, ਇਸ ਨੂੰ ਕਰਵਾਏ ਥੋੜ੍ਹੇ ਦਿਨ ਪਹਿਲਾਂ ਹੀ। ਇਸ ਤੋਂ ਇਲਾਵਾ HDFC ਬੈਂਕ ਨੇ ਕਿਸਾਨ ਧਨ ਐਪਲੀਕੇਸ਼ਨ ਨੂੰ ਲਾਂਚ ਕੀਤਾ ਸੀ ਕਿਸਾਨਾਂ ਵਾਸਤੇ। ਬੈਂਕ ਆਫ ਬੜੌਦਾ ਨਾਲ ਯਾਦ ਰੱਖ ਸਕਦੇ ਹੋ, ਬੈਂਕ ਆਫ ਬੜੌਦਾ ਨੇ ਲੋਨ ਪ੍ਰੋਸੈਸ ਨੂੰ ਪੂਰੇ ਤਰੀਕੇ ਨਾਲ ਡਿਜੀਟਲਕਰਨ ਕਰ ਦਿੱਤਾ ਗਿਆ ਗਾ, ਠੀਕ ਹੈ। ਸੋ ਇਹ ਸਾਰੇ ਤੁਹਾਡੇ ਧਿਆਨ ਵਿੱਚ ਰੱਖਿਓ। ਗੱਲ ਕਰਦੇ ਅੱਜ ਦੇ ਅਗਲੇ ਕੁਐਸਚਨ ਬਾਰੇ। ਹੁਣ
विच स्टेट गवर्नमेंट हैज़ लॉन्च मुख्यमंत्री महिला उत्कर्ष योजना। किस राज सरकार ने मुख्यमंत्री महिला उत्कर्ष योजना की शुरुआत की है? तो यदी शुरुआत की है जी हुण गुजरात राज दे वल्लों। अगर आप गल करिए मुख्यमंत्री महिला उत्कर्ष योजना, इत्थों पता लग गया उसनूं भी महिला जानी कि स्कीम हैगी तो केवल महिलावां वास्ते है। उन्होंने उत्कर्ष प्रदान करने वाले जानी कि मतलब उन्होंने आर्थिक सहायता प्रदान करने वास्ते यह जिहड़ी गुजरात स्टेट है इस स्कीम के तहत महिलावां नूं ब्याज मुक्त लोन प्रदान करेगी ताकि किसी भी तरह का जिहड़ियां महिलावां ने अपना बिजनेस तोड़ सकन, कोई भी काम जिहड़ा शुरू कर सकन। ठीक है, सो इसकी शुरुआत की है गुजरात के द्वारा। बाकी गुजरात नाल अगर आप गल करिए भी गुजरात के CM ते गवर्नर, गुजरात के CM हैगे ने विजय रूपानी साहब, गुजरात के गवर्नर हैगे ने जी आचार्य देवव्रत, गुजरात की कैपिटल हैगी गांधी नगर। ठीक है, सारे याद रखने गुजरात नाल रिलेटेड। अच्छा, गुजरात ने ना एक स्कीम लॉन्च की थी, आपने थोड़े दिन पहला ही पढ़ी सी, मुख्यमंत्री किसान सहाय योजना की भी शुरुआत की सी, जिहदे विच कि किसानां की सहायता देने वास्ते स्कीम जिहड़ी शुरू की गई सी गुजरात के वल्लों। अच्छा, किसानां की गल आ रही है, किसानां बारे अपने तुसीं सुनते होवोगे, देखो पता ही होएगा अपने पंजाब च रहंदे हो तो ऑर्डीनेंस नूं लैके जिहड़े 3 ऑर्डीनेंस जारी किए गए ने किसानां दे। ठीक है, सरकार वालों तो यह कहा जा भी किसानां दे हित च ने, बट असल गल उहदे विच कुछ होर छुपी हुई हैगी। अगर तुसीं इस ते भी एक वीडियो चाहुंदे होगे, पूरी डिटेल चाहिए भी ऑर्डीनेंस की ने है जी, अगर तुहानूं नहीं पता तो उहदे बारे भी आपां एक स्पैशल वीडियो बना लांगे। अगर तुहानूं इहदी जानकारी लैनी हैगी तो कमेंट कर दिओ, तो उसदे बाबत भी एक वीडियो तुहानूं जरूर प्रोवाइड कर दूँगा। गल करते अज दे अगले क्वेश्चन बारे जी। विच स्टेट हैज़ अनाउंसड अ न्यू सबसिडी स्कीम फॉर ई व्हीकल्स। किहड़े राज सरकार ने ई वाहनों लिए एक नवीं सबसिडी योजना का ऐलान किया है? तो यदा भी ऐलान किया जी गुजरात के वलों ही। गुजरात दे विच गुजरात के CM विजय रूपानी साहब ने इस स्कीम का ऐलान किया गा। यह स्कीम अगर आप गल करिए भी जिहड़े बैटरी ते चलण वाले 2 व्हीलर या 3 व्हीलर वाहन नेगे, खास करके उन्होंने प्रमोट करने वास्ते लॉन्च किया गया ताकि जिहड़े आम अपने हुंदे ने दूजे वाहन उन्हां राहीं जिहड़ा हवा प्रदूषण है उस पर कंट्रोल किया जा सके, तां करके जिहड़े बैटरी ते चलण वाले वाहन ने 2 व्हीलर ते 3 व्हीलर उन्होंने प्रमोट किया जा रहा है गुजरात की स्टेट के वलों। बाकी इस आप सबसिडी योजना की है, सबसिडी का मतलब होंदा पैसे मिलने। ठीक है ना, तो गुजरात स्टेट वालों की किया जाएगा, जिहड़े गुजरात के स्टूडेंट हैगे ने सारे वो इस स्कीम के तहत ठीक है जिहड़े स्कूटर ने वो खरीद सकते हैं और गुजरात स्टेट वालों उन्होंने 12,000 रुपये तक की जिहड़ी सबसिडी दी जाएगी अगर वो जिहड़े बैटरी चलण वाले जानी कि ई स्कूटर खरीदणगे। ठीक है, गल करते अज दे अगले क्वेश्चन बारे। विच इंटरनेशनल एयरपोर्ट हैज़ ओपन दी कंट्रीज़ फर्स्ट एक्सक्लूसिव प्राइवेट जैट टर्मीनल। किहड़े अंतरराष्ट्रीय हवाई अड्डे ने देश का पहला विशेष प्राइवेट जैट टर्मीनल खोलिया गा? तो इनू खोलिया जी इंदिरा गांधी एयरपोर्ट जानी कि दिल्ली एयरपोर्ट के वलों इस प्राइवेट जैट टर्मीनल की शुरुआत की गई है। अगर आप गल करिए भी इसका फायदा की होगा तो इत्थे प्रति दिन इस प्राइवेट जैट टर्मीनल के विचों 150 हवाई जहाज़ ने उन्हां दी आवाजाही नूं यह प्रमाणगी या अनुमति देवेगा। ठीक है, बाकी यह जैट टर्मीनल इन्होंने बनाया या खोलिया गा, ये किसी भी एमरजेंसी के समय जोड़े जहाज़ एंबूलेंस के तौर पर काम करते हैं तो उन्होंने वास्ते भी यह सहूलत दी गई हैगी। बाकी दिल्ली एयरपोर्ट यानी कि इंदिरा गांधी एयरपोर्ट की गल करिए तो ये रिलेटेड याद रख सकते हो भी एक दो न्यूज़ इंपोर्टेंट नेगियां, जिमें कि अपने भारत का पहला कोरोना टैसट जी लैबोरेटरी हैगी दिल्ली एयरपोर्ट से ही हुण खोली गई है। और इस तो इलावा सिंगल प्लास्टिक यूज जोड़ा एयरपोर्ट है भारत का वो भी यही बनेगा पहला दिल्ली एयरपोर्ट। ठीक है, गल करते अज के अगले क्वेश्चन बारे जी। हुण विच कंट्री अनाउंसड द रिमूवल ऑफ क्वीन एलिजाबेथ II फ्रॉम हर कंट्रीज पोस्ट ऑफ हैड। किस देश ने महाराणी एलिजाबेथ II नूं उस देश के मुखी के अहुदे तो हटाउण का ऐलान किया गा? तो ऐलान किया जी बारबाडोस कंट्री के द्वारा। वैरी इंपोर्टेंट मार्क कर सकते आने वाले एग्जाम में आ सकता है क्वेश्चन। तो जी बारबाडोस कंट्री है ये लगभग आप कह सकते भी हुण 30 सालों बाद कोई अजिहा देश आएगा जिसने ऐलान किया भी साते उत्ते जिहड़ा राज हैगा हैड के तौर पर वो राणी नूं हटा दिता जाए। तो अगर आप गल करिए भी इस तो बाद अगर बारबाडोस नूं हटा दिता जाता एलिजाबेथ II नूं, तो जी एलिजाबेथ II हैगी यह कनेडा आस्ट्रेलिया न्यूजीलैंड समेत 15 होर कॉमनवैल्थ देशों की राणी रह जाएगी केवल। ठीक है, बाकी अगर आप बारबाडोस की गल करिए तो हुण अगे इन्हां दा ना देश का 55वां सुतंत्रता दिवस आ रहा है, तो उस ये चाहते हैं भी सुतंत्रता दिवस तो पहला जिहड़ा राज राणी का साडे देश के उत्तों हटा दिता जाए। ठीक है, बाकी इंपोर्टेंट बनेगा क्वेश्चन, ध्यान में रख लेना। बाकी बारबाडोस कंट्री बारे गल करिए तो बारबाडोस की जिहड़ी कैपीटल है ब्रिज टाउन इत्थे दी कैपीटल है। ठीक है ना, ब्रिज
टाउन इत्थों की जी कैपीटल हैगी आ। और इत्थे जी करंसी चलती है बारबाडोस डॉलर इत्थे करंसी चलती है जी। और बारबाडोस के जोड़े PM जानी कि प्रधानमंत्री हैगे ने जी इत्थे उन्होंने नाम जी मिया मोटली, ठीक है ना, मिया मोटली इत्थे प्रधानमंत्री हैगे ने। गल करते हैं अज दे अगले क्वेश्चन बारे जी। विच कंट्री क्रिएटेड द वर्ल्ड फस्ट बायोनिक आई, किहड़े देश ने दुनिया की पहली बायोनिक अख बनाई है? तो ये बनाई है जी आस्ट्रेलिया कंट्री दे विच, ठीक है। आस्ट्रेलिया कंट्री विच एक मोनाश यूनीवर्सिटी है, ठीक है, सुने नाम सुनिया भी होना। मोनाश यूनीवर्सिटी के जिहड़े स्टूडेंट ने लगभग उन्होंने 10 सालों की रिसर्च हुण पूरी हुई है और ये 10 सालों की मेहनत का फल उन्होंने मिल गया गा, जिहड़ी कि उन्होंने बायोनिक जिहड़ी अख तैयार की और सफलतापूर्वक इनू तैयार कर लिया गा। अगर आप गल करिए बायोनिक आई का फायदा की होगा, फायदा ये होगा इतों जोड़े लोग अन्नेपन का शिकार ने तो उस तो छुटकारा मिल जाएगा। यानी कि कोई व्यक्ति चाहे तो वह जन्म तो ही अन्ना गा या फिर किसी भी कारण करके बाद में अन्ना होएगा तो बिल्कुल उसकी निगाह जी सैट हो जाएगी इस जी बायोनिक अख के द्वारा, यानी कि एक अख ही तैयार की इन्होंने, ठीक है। सो क्वेश्चन इंपोर्टेंट बनेगा। और मोनाश यूनीवर्सिटी के स्टूडेंटा ने तैयार की है, आस्ट्रेलिया के यूनीवर्सिटी हैगी है, सो ये ध्यान में रखना इंपोर्टेंट बनेगा। बाकी आस्ट्रेलिया की कैपीटल की गल करिए तो कैनबरा इत्थे कैपीटल है जी। और आस्ट्रेलिया के PM का नाम ध्यान में रखना स्कॉट मॉरिसन, ठीक है, स्कॉट मॉरिसन इत्थे PM ने गे। गल करते हैं अज दे अगले क्वेश्चन बारे जी। हुण अकॉर्डिंग टू दी रिलीज रिपोर्ट हाउ मैनी % ऑफ स्टूडेंट गो टू स्कूल ऑन फुट, जारी की रिपोर्ट के अनुसार किन्ने % विद्यार्थी पैदल स्कूल जाते हैं? तो इस रिपोर्ट के अकॉर्डिंग 59.7% विद्यार्थी ने जोड़े वो पैदल स्कूल जाते हैं अपने भारत में। रिपोर्ट जारी की है नैशनल स्टैटिस्टिक ऑफिस के द्वारा इसनूं जारी किया गया और इस रिपोर्ट के 59.7% विद्यार्थी दसे गए हैं। ज़्यादातर अगर आप गल करिए इस रिपोर्ट के की लिखा गया, इस रिपोर्ट में लिखा भी ज़्यादातर स्टूडेंट ने जोड़े वो पिंडां के स्टूडेंट है जोड़े कि पैदल स्कूल जाते हैं। आम करके पिंडां दे ही जाते हैं, तुहानूं पता ही होगा, ठीक है, कि पिंड के स्कूल नेड़े होंदे ने, अगला तुर के जाता गा। अगर आप इसकी रिपोर्ट के भी गल करिए ज़्यादातर, ठीक है, रिपोर्ट के जिहड़ियां कुड़ियां ते मुंडियां की अलग अलग गल करिए तो कुड़ियां की गल करिए तो 62% जिहड़ियां कुड़ियां जां गर्ल्स ने गियां वो तुर के जांदियां ने। और बॉयज़ की गल करिए तो 57.9% ने। बट तुसीं याद रखना ओवरऑल 59.7%, ठीक है। गल करते अज दे अगले क्वेश्चन बारे। हू हैज़ वॉन दी मैनस सिंगल टाइटल एट दी 2020 इटालीयन ओपन, किसने 2020 इटालीयन ओपन में पुरुष सिंगल खिताब जितया था? यह जितया जी नोवाक जोकोव के द्वारा जितया गया है। देखो जी नोवाक जोकोव ये सर्बिया के टैनिस प्लेयर ने और इन्होंने हुण इटालीयन ओपन जितया गा। देखो इत्थे अगर आप गल करिए भी इटालीयन ओपन में मैन की गल कर रहे हैं, अगर आप इत्थे वूमेंस की गल करिए भी वूमेंस सिंगल किने जिता गया इटालीयन ओपन में, तो वूमेंस सिंगल आखना सिमोना हालेप, ठीक है, सिमोना हालेप ने जितया गया। सिमोना हालेप का नाम भी इंपोर्टेंट बनूगा क्योंकि जी सिमोना हालेप है इन्हों का यह पहला जोड़ा इटालीयन ग्रैंड प्रिक्स से और पहले इटालीयन ग्रैंड प्रिक्स में ये जित गई सी, ठीक है ना। बाकी अगर सिमोना हालेप की गल करिए तो यह रोमानिया कंट्री तो बिलोंग करती है। कंट्री का नाम भी ध्यान में रखो, कई बार कंट्री का नाम भी इंपोर्टेंट बन जाता, ठीक है। बाकी नोवाक जोकोव की गल करिए तो यह सर्बिया तो ने, ठीक है, तुहानूं दस दिता, यह भी इंपोर्टेंट है। बाकी नोवाक जोकोव इस साल के शुरू में आस्ट्रेलीयन ओपन भी जितया से इन्होंने, ठीक है, आस्ट्रेलिया ओपन भी जितया तो हुण इन्होंने इटालीयन ओपन भी जित लिया गा, ठीक है ना। सो इन्होंने ना तां करके भी इंपोर्टेंट बनूगा। गल करते हैं हुण अज दे अगले क्वेश्चन बारे जी। हू रोट दी बुक वॉइस ऑफ डिसेंट, वॉइस ऑफ डिसेंट नाम की जी किताब है ये किसने लिखी है? तो ये लिखी है जी रोमीला थापर के द्वारा ये बुक नूं लिखा गया गा। यह एक जाने मानी इतिहासकार है रोमीला थापर और इन्होंने हुण बुक लिखी है वॉइस ऑफ डिसेंट, इंपोर्टेंट बुक बनूगी, ये ध्यान में रखियो, ठीक है ना। बाकी अगर आप गल करिए भी वॉइस ऑफ डिसेंट बुक में इन्होंने की लिखा, इहदे लिखा भी अपने देश जोड़े भी विद्रोह होए ने, विद्रोह प्रदर्शन होए ने, तो उन्होंने बारे सारी कहानी इन्होंने लिखी है जी वॉइस ऑफ डिसेंट बुक दे विच रोमीला थापर के द्वारा यह लिखी गई हैगी। बाकी बराक ओबामा बारे आपने थोड़े दिन पहला ही पढ़िया सी, इन्होंने बुक लिखी सी आ प्रॉमिस्ड लैंड, ठीक है ना। आ प्रॉमिस्ड लैंड जी बुक इन्होंने द्वारा लिखी गई है, हजे रिलीज़ नहीं की गई। बाकी आर भानुमती बारे भी आपने पढ़िया सी, इन्होंने बुक लिखी सी जुडिशरी जजिस एंड एडमिनिस्ट्रेशन ऑफ जस्टिस नाम की एक बुक नूं लिखा सी आर भानुमती के द्वारा, आप भी यह जज रह चुकी हैगी, ठीक है ना। बाकी रामचंद्र गुहा की गल करिए तो इन्हों की बुक का नाम भी इंपोर्टेंट है कि इन्हों की बुक का नाम है जी दी कॉमनवैल्थ ऑफ क्रिकेट, ठीक है ना। ये सारिया बुक इन्होंने रीसेंट दी बुक ने जिहड़ियां कि आ महीने या पिछले महीने में ही लिखिया हुई ने, ठीक है। सो सारिया दी बुक ने नाम तो इन्होंने राइटर का नाम जरूर ध्यान में रखियो। गल करते अज दे अगले क्वेश्चन बारे जी। हुण विच कंट्री हैज़ इंट्रोड्यूस वीडियो KYC फैसिलिटी, इत्थे कंट्री नहीं जी, इत्थे थोड़ी मिसटेक होगी, इत्थे बैंक आएगा, ठीक है ना। किहड़े बैंक ने वीडियो KYC सहूलत नूं पेश किया है? तो ये पेश की गई जी हुण HDFC बैंक के द्वारा।
देखो जी, अगर आप गल करिए भी KYC की, KYC का मतलब होंगे नो यूअर कस्टमर, ठीक है ना। अगर देखो KYC तो पता ही होगा भी की चीज़ होंगी हैगी। कई बार आप बैंक ज़्यादा टाइम लेन देन नहीं करते तो आपको KYC अपडेट करवानी पैंती है, वो भी बैंक में जाके। बट हुण ये आप घरे बैठे वीडियो कॉन्फ्रेंसिंग के राही ही ये KYC अपडेट कर सकते हैं। तो यह अजिही जी सहूलत दी है जी HDFC बैंक के द्वारा। बाकी यह जी गल नहीं है भी HDFC बैंक अपने भारत का पहला बैंक बनया इस सहूलत देने वाला। इस तो पहला भी कोटक महिंद्रा बैंक के द्वारा जी दी गई सहूलत, और इस तो इलावा ICICI बैंक के द्वारा भी दी गई है यह सहूलत, ठीक है। तो हुण HDFC बैंक ने भी सहूलत प्रदान कर दी हैगी। बाकी अगर आप गल करिए भी HDFC बैंक बारे जी, HDFC बैंक का ऑफिस तो है जी मुंबई शहर के विच। बाकी HDFC बैंक नाल एक फैक्ट इंपोर्टेंट बनूगा, किहड़ा फैक्ट भी HDFC बैंक जिहड़े हुण MD ते CEO नेगे हुण तां बने होए नेगे जी आदित्य पुरी साहब, बट ये अक्तूबर मंथ में रिटायर हो जाएंगे। उस तो बाद आदित्य पुरी तो बाद जिहड़े नवे बन गए MD तो उन्होंने नाम हैगा जी शशिधर जगदीशन, ठीक है ना। तो सुने शशिधर जगदीशन का नाम ध्यान में रखना गा। बाकी अगर आप HDFC बैंक बारे गल करिए तो अपने कल ही शायद न्यूज़ पढ़ी सी अपने भारत के टॉप 75 इंडियन ब्रांड की जी रैंकिंग जारी हुई है, HDFC बैंक वो टॉप पर हैगा। HDFC बैंक के द्वारा जी सेफ्टी ग्रिड नाम का एक अभियान लॉन्च किया सी, और इसने समर ट्रीट नाम का एक अभियान लॉन्च किया। इस तो इलावा सीनियर सिटीजनों वास्ते भी सीनियर सिटीजन केयर योजना लॉन्च किया HDFC बैंक ने। और इस तो इलावा जी शौर्य KGC कार्ड भी लॉन्च किया रीसेंट के HDFC बैंक के द्वारा। सारिया न्यूज़ HDFC बैंक दी रीसेंट दियाँ सी जी, सो ये भी जरूर ध्यान में रखियो। गल करते हो अज के अगले क्वेश्चन बारे, विच कलिंबर इज़ नोन एज स्नो लैपर्ड। कहते किहड़े कलिंबर नूं स्नो लैपर्ड के नाम नाल जाना जाता। देखो कलिंबर की होंदा जिहड़े लोग पहाड़ ते चढ़ाई करते हैं, किसी भी तरह चढ़ाई करते तो उन्होंने कहना कलिंबर। तो किनू स्नो लैपर्ड कहा जाता सी, तो इन्हां नाम सी जी अंगरीता शेरपारू, ठीक है ना। अंगरीता शेरपा की गल करिए, ये नेपाल तो हैगे नेगे ते अपने दुनिया के जाने माने कलिंबर हैगे नेगे, क्योंकि ਜਿਹੜੇ अंगरीता शेरपा ने इन्होंने माउंट एवरेस्ट की चढ़ाई की सी, वो भी एक बार नहीं दो बार नहीं पूरे 10 बार इन्होंने चढ़ाई की सी। खास गल ये भी सी भी 10 बार जो चढ़े तो बिना किसी ऑक्सीजन सिलेंडर तो इन्होंने चढ़ाई की सी, ठीक है ना। ਤਾਂ ਕਰਕੇ अंगरीता शेरपा ਨੂੰ जी स्नो लैपर्ड के नाम जाना जाता गा। बाकी गल आप करिए भी क्वेश्चन कातों पूछा गया, क्योंकि जोड़े अंगरीता शेरपा गा इन्हों का रीसेंट के थोड़े दिन पहला ही देहांत होया सीगा। इन्हों का देहांत जी 21 सितंबर को इन्हों देहांत होया सीगा। सो इन्हों नाम न्यूज़ में चल रहा सीगा, तो ये क्वेश्चन इंपोर्टेंट बनेगा भी किसनों स्नो लैपर्ड के नाम जाना जाता, किहड़े कलिंबर नूं, ठीक है ना। तो नेपाल तो हैगे ने, तो ये भी तुहानूं जरूर ध्यान में रखना गा, ठीक है। सो ये क्वेश्चन इंपोर्टेंट हैगा गा। बाकी ऑप्शन नंबर ए बारे गल करिए अगर, खजेंद्र थापा, ठीक है। खजेंद्र थापा का नाम सुनिया होना आई होप, क्योंकि जोड़े खजेंद्र थापा ने ये दुनिया के सब तो छोटे कद के व्यक्ति सी, और इन्हों का भी इस साल की शुरुआत में देहांत हो गया सी, ठीक है। सो इन्हों का नाम भी उन्हें ध्यान में रखियो। गल करते हो अज के अगले क्वेश्चन बारे जी, विच कंट्री टॉप दी फीफा 2020 रैंकिंग, फीफा 2020 रैंकिंग विच केड़ा देश चोटी ते हैगा। तो इस बार फिर दोबारे बैल्जियम जिहड़ा कंट्री है चोटी ते फीफा की रैंकिंग दे विच। अगर आप गल करिए भी फीफा की, तो फीफा की इस रैंकिंग के विच एक तो बैल्जियम जिहड़ा टॉप दा है ये इंपोर्टेंट बनेगा, और दूजा तुहानूं इंडिया की रैंकिंग याद रखनी है। इंडिया इस रैंकिंग के विच हैगा जी 109वें नंबर पर, ठीक है ना। बाकी पहले नंबर पर बैल्जियम है, दूजे नंबर पर फ्रांस है, और तीजे नंबर पर ब्राज़ील कंट्री है, ठीक है ना। सो ये तुहानूं ध्यान में रखनी जी रैंकिंग है इंपोर्टेंट है। बाकी गल फीफा बारे करते हैं जी, फीफा के ना कई बार क्वेश्चन आया भी फीफा की स्थापना कदों हुई सी, तो 1904 के विच स्थापना हुई सी, और यदा ऑफिस है जूरिक स्विट्जरलैंड के विच ऑफिस है। कई बार ये ऑफिस नाल रिलेटेड भी क्वेश्चन आए हैं, ठीक है ना। बाकी ये प्रेजिडेंट का नाम ध्यान में रखियो जी, गैनी इन्फेंटिनो, ठीक है ना। गैनी इन्फेंटिनो ये एट प्रैजेंट प्रेजिडेंट बने हुए हैं। अच्छा गल फीफा की है, तो फीफा नाल रिलेटेड एक क्वेश्चन वेरी वेरी इंपोर्टेंट बनूगा, किहड़ा क्वेश्चन तो उन्हें ये गल याद रखनी है भी फीफा जिहड़े फीफा परिषद के एकमात्र जिहड़े भारतीय मैंबर सीगे वो कौन सीगे। तो याद रखना प्रफुल्ल पटेल साहब सीगे एकमात्र जिहड़े फीफा परिषद आ उहदे मैंबर से जिहड़े भारतीय बने हुए सीगे, ठीक है ना। बाकी फीफा नाल रिलेटेड तुसीं वर्ल्ड कप जरूर ध्यान में रखियो जी। तो फीफा की अगर आप गल करिए तो जिहड़ा अंडर 20 जिहड़ा वर्ल्ड कप होना सीगा 2021 में होना गा, ठीक है। और ये इंडोनेशिया कंट्री में होएगा। और फीफा का अगर आप अंडर 17 वर्ल्ड कप की गल करिए, अंडर 17 के भी ये भी 2021 में हो, वैसे तो अंडर 17 में याद रखना जो वूमेंस वर्ल्ड कप है अपने भारत में होगा 2021 में, और अंडर 17 का मैनस वर्ल्ड कप है ये होना जी पेरू कंट्री में, ठीक है ना। अब वूमेंस वाला इंपोर्टेंट बनू क्योंकि अपना इंडिया के होगा, ठीक है जी। सो हुण गल करते हैं अज दे अगले क्वेश्चन बारे,
who is the chairman of company law committee which was recently given a 1 year extension by the government। ਕੰਪਨੀ ਲਾ ਕਮੇਟੀ ਦੇ ਚੇਅਰਮੈਨ ਕੌਣ ਹੈ ਜਿਸ ਨੂੰ ਹਾਲ ਹੀ ਵਿੱਚ 1 ਸਾਲ ਦੀ ਜਿਹੜੀ ਉਹਨਾਂ ਦੀ ਮਿਆਦ ਆ ਉਹ ਵਧਾ ਦਿੱਤੀ ਗਈ ਸਰਕਾਰ ਦੇ ਦੁਬਾਰਾ। ਤਾਂ ਇਹ ਨੇ ਜੀ ਰਾਜੇਸ਼ ਵਰਮਾ ਸਾਹਿਬ। ਦੇਖੋ ਜੀ ਰਾਜੇਸ਼ ਵਰਮਾ ਸਾਹਿਬ ਕੌਣ ਨੇ ਕਿ ਕੁਐਸਚਨ ਵਿੱਚ ਲਿਖਿਆ ਹੋਇਆ ਕੰਪਨੀ ਲਾ ਕਮੇਟੀ ਦੇ ਚੇਅਰਮੈਨ ਨੇਗੇ ਔਰ ਆਪਣੇ ਭਾਰਤ ਸਰਕਾਰ ਦਾ ਜਿਹੜਾ ਕਾਰਪੋਰੇਟ ਮੰਤਰਾਲਿਆ ਹੈਗਾ ਉਹਨਾਂ ਨੇ ਹੁਣ ਇਹਨਾਂ ਦਾ 1 ਸਾਲ ਲਈ ਟਾਈਮ ਪੀਰੀਅਡ ਹੋਰ ਇਨਕਰੀਜ਼ ਕਰ ਦਿੱਤਾ ਗਿਆ ਗਾ। ਠੀਕ ਹੈ ਨਾ। ਬਾਕੀ ਇਹ ਇੰਪੋਰਟੈਂਟ ਬਣੇਗਾ ਵੀ ਰਾਜੇਸ਼ ਵਰਮਾ ਕੌਣ ਸੀਗੇ, ਇਹ ਕੰਪਨੀ ਲਾ ਕਮੇਟੀ ਦੇ ਚੇਅਰਮੈਨ ਸੀਗੇ। ਠੀਕ ਹੈ ਨਾ। ਬਾਕੀ ਅਵਿਕ ਸਰਕਾਰ ਦੀ ਗੱਲ ਕਰਦੇ ਹਾਂ ਜੀ, ਇਹਨਾਂ ਬਾਰੇ ਆਪਾਂ ਨੇ ਕਈ ਵਾਰੀ ਪੜ੍ਹਿਆ ਗਾ। ਪ੍ਰੈਸ ਟਰਸਟ ਆਫ ਇੰਡੀਆ ਦੇ ਹੈੱਡ ਬਣੇ ਸੀ ਰੀਸੈਂਟ ਦੇ ਵਿੱਚ। ਉਤਪਲ ਕੁਮਾਰ ਬਾਰੇ ਵੀ ਕਈ ਵਾਰੀ ਪੜ੍ਹਿਆ ਗਾ। ਲੋਕ ਸਭਾ ਦੇ ਸੈਕਰਟਰੀ ਬਣੇ ਸੀ ਰੀਸੈਂਟ ਦੇ ਵਿੱਚ ਅਨਿਲ ਦਸ਼ਮਾਨਾ, ਕੱਲ੍ਹ ਹੀ ਪੜ੍ਹਿਆ ਸੀਗਾ ਸ਼ਾਇਦ ਇਹਨਾਂ ਬਾਰੇ। ਨੈਸ਼ਨਲ ਟੈਕਨੀਕਲ ਆਰਗੇਨਾਈਜੇਸ਼ਨ ਦੇ ਹੈੱਡ ਬਣੇ ਸੀਗੇ। ਠੀਕ ਹੈ ਨਾ, ਕੱਲ੍ਹ ਹੀ ਇਹਨਾਂ ਬਾਰੇ ਪੜ੍ਹਿਆ ਸੀ ਆਪਾਂ ਨੇ। ਸੋ ਹੁਣ ਗੱਲ ਕਰਦੇ ਹਾਂ ਅੱਜ ਦੇ ਅਗਲੇ ਕੁਐਸਚਨ ਬਾਰੇ ਜੀ। ਹੂ ਵੌਨ ਦੀ ਗੋਲਫ ਕਲੱਬ ਚੈਂਪੀਅਨਸ਼ਿਪ, ਕਿਸ ਨੇ ਕਹਿੰਦੇ ਗੋਲਫ ਕਲੱਬ ਚੈਂਪੀਅਨਸ਼ਿਪ ਜਿੱਤੀ ਹੈਗੀ। ਤਾਂ ਇਹ ਕੁਐਸਚਨ ਬੜਾ ਹੀ ਇੰਪੋਰਟੈਂਟ ਕੁਐਸਚਨ ਹੈਗਾ। ਤੁਹਾਨੂੰ ਇੱਕ ਗੱਲ ਦੱਸਦਾ ਜਿਹੜੀ ਦੇਖੋ ਇਹ ਜਿੱਤੀ ਹੈ ਜਿਹਨੇ, ਤਾਂ ਇਹਨਾਂ ਨਾਲ ਜੀ ਐਸ਼ਲੇ ਬਾਰਟੀ। ਐਸ਼ਲੇ ਬਾਰਟੀ ਦੇ ਦੁਆਰਾ ਜਿਹੜੀ ਗੋਲਫ ਕਲੱਬ ਚੈਂਪੀਅਨਸ਼ਿਪ ਆ ਇਹ ਜਿੱਤੀ ਗਈ ਹੈ ਜੀ। ਦੇਖੋ ਇੱਥੇ ਤੁਹਾਨੂੰ ਯਾਦ ਰੱਖਣਾ ਜਿਹੜੀ ਐਸ਼ਲੇ ਬਾਰਟੀ ਹੈਗੀ ਇਹ ਹੈਗੀ ਤਾਂ ਆਸਟ੍ਰੇਲੀਆ ਕੰਟਰੀ ਤੋਂ ਨੇਗੇ। ਬਾਕੀ ਜਿਹੜੇ ਐਸ਼ਲੇ ਬਾਰਟੀ ਇਹ ਮਲਟੀ ਟੈਲੈਂਟਡ ਹੈਗੀ। ਕਿਵੇਂ ਦੇਖੋ ਜਿਹੜੇ ਐਸ਼ਲੇ ਬਾਰਟੀ ਹੈਗੀ ਇਹ ਪਹਿਲਾਂ ਆਪਣੀ ਮਤਲਬ ਆਸਟ੍ਰੇਲੀਆ ਕੰਟਰੀ ਦੀ ਪੂਰਵ ਕ੍ਰਿਕਟਰ ਵੀ ਰਹਿ ਚੁੱਕੀ ਹੈਗੀ ਔਰ ਉਸ ਤੋਂ ਬਾਅਦ ਇਹ ਹੁਣ ਐਟ ਪ੍ਰੈਜ਼ੈਂਟ ਅਗਰ ਗੱਲ ਕਰੀਏ ਤਾਂ ਇਹ ਟੈਨਿਸ ਪਲੇਅਰ ਹੈਗੀ। ਬਟ ਤੁਸੀਂ ਕੁਐਸਚਨ ਪੜ੍ਹੋ ਵੀ ਗੋਲਫ ਕਲੱਬ ਚੈਂਪੀਅਨਸ਼ਿਪ, ਅਤੇ ਹੁਣ ਇਹਨਾਂ ਨੇ ਇੱਕ ਗੋਲਫ ਖੇਡ ਦੇ ਵਿੱਚ ਵੀ ਇਹ ਚੈਂਪੀਅਨਸ਼ਿਪ ਜਿੱਤ ਲਈ ਹੈਗੀ। ਤੁਸੀਂ ਦੇਖੋ ਵੀ ਹਰ ਖੇਡ ਵਿੱਚ ਇਹ ਕਿੰਨੀ ਮਾਹਰ ਹੈਗੀ। ਤਾਂ ਯਾਦ ਰੱਖਣਾ ਐਸ਼ਲੇ ਬਾਰਟੀ, ਤਾਂ ਨਾਮ ਇਹਨਾਂ ਦਾ ਬਹੁਤ ਜਿਹੜਾ ਇੰਪੋਰਟੈਂਟ ਬਣੇਗਾ। ਬਾਕੀ ਜੀ ਨੋਵਾਕ ਜੋਕੋਵਿਚ ਦੀ ਗੱਲ ਕਰ ਲੈਂਦੇ ਹੈਗੇ, ਆਪਸ਼ਨ ਨੰਬਰ A ਦੇਖੋ। ਤਾਂ ਇਹਨਾਂ ਬਾਰੇ ਯਾਦ ਰੱਖਣਾ ਵੈਸੇ ਤਾਂ ਇਹ ਸਰਬੀਆ ਦੇਸ਼ ਤੋਂ ਹੈਗੇ ਨੇਗੇ ਔਰ ਇਹਨਾਂ ਨੇ ਹੁਣ ਆਪਾਂ ਇਹਨਾਂ ਬਾਰੇ ਪੜ੍ਹਿਆ ਸੀ ਇਟਾਲੀਅਨ ਚੈਂਪੀਅਨਸ਼ਿਪ, ਇਟਾਲੀਅਨ ਓਪਨ ਮੈਨ ਸਿੰਗਲ ਚੈਂਪੀਅਨਸ਼ਿਪ ਜਿਹੜੀ ਉਹ ਜਿੱਤੀ ਸੀ ਇਹਨਾਂ ਨੇ। ਬਾਕੀ ਸਾਈਮਨ ਹਾਲੇਪ ਦੀ ਗੱਲ ਕਰੀਏ ਤਾਂ ਇਹਨਾਂ ਨੇ ਇਟਾਲੀਅਨ ਓਪਨ ਫੀਮੇਲ ਜਿਹੜੀ ਸਿੰਗਲ ਕੱਪ ਸੀ ਉਹ ਜਿੱਤੇ ਸੀਗੇ। ਦੇਖੋ ਮੇਲ ਤਾਂ ਨੋਵਾਕ ਜੋਕੋਵ ਔਰ ਫੀਮੇਲ ਸਾਈਮਨ ਹਾਲੇਪ। ਬਾਕੀ ਨਿਓਮੀ ਓਸਾਕਾ ਬਾਰੇ ਗੱਲ ਕਰਦੇ ਹਾਂ ਤਾਂ ਇਹਨਾਂ ਬਾਰੇ ਯਾਦ ਰੱਖਣਾ ਇਹਨਾਂ ਨੇ US ਓਪਨ 2020 ਨੂੰ ਜਿੱਤਿਆ ਸੀ ਵੂਮੈਨਸ ਦਾ। ਔਰ ਵੈਸੇ ਨਿਓਮੀ ਓਸਾਕਾ ਇਹ ਜਾਪਾਨ ਤੋਂ ਹੈਗੀ ਔਰ ਨਿਓਮੀ ਓਸਾਕਾ ਬਾਰੇ ਇਹ ਵੀ ਫੈਕਟ ਯਾਦ ਰੱਖ ਸਕਦੇ ਹੋ ਆਪਸ਼ਨ ਨੰਬਰ D ਬਾਰੇ ਵੀ ਜਿਹੜੀਆਂ ਵੀ ਫੀਮੇਲਸ ਪਲੇਅਰ ਨੇ ਚਾਹੇ ਕਿਸੇ ਵੀ ਖੇਡ ਨਾਲ ਸੰਬੰਧਿਤ ਨੇ ਸਭ ਤੋਂ ਅਮੀਰ ਲੇਡੀ ਹੈ ਜਿਹੜੀ ਉਹ ਨਿਓਮੀ ਓਸਾਕਾ ਹੀ ਹੈਗੀ। ਠੀਕ ਹੈ। ਸੋ ਇੰਨੇ ਫੈਕਟ ਇਸ ਕੁਐਸਚਨ ਨਾਲ ਰਿਲੇਟਡ ਜ਼ਰੂਰ ਧਿਆਨ ਵਿੱਚ ਰੱਖਿਓ ਜੀ। ਬਾਕੀ ਐਸ਼ਲੇ ਬਾਰਟੀ ਵੈਰੀ ਇੰਪੋਰਟੈਂਟ ਨਾਮ ਬਣੇਗਾ। ਸੋ ਗੱਲ ਕਰਦੇ ਹਾਂ ਜਿਹੜੇ ਅਗਲੇ ਕੁਐਸਚਨ ਬਾਰੇ ਹੁਣ। ਵਿੱਚ ਸਟੇਟ ਦੀ ਇੰਡੀਅਨ ਗਵਰਨਮੈਂਟ ਵਿਲ ਐਸਟੈਬਲਿਸ਼ ਦੀ ਕੰਟਰੀਜ਼ ਫਸਟ ਮੈਡੀਕਲ ਇਕਵਿਪਮੈਂਟ ਪਾਰਕ। ਕਿਸ ਰਾਜ ਵਿੱਚ ਭਾਰਤ ਸਰਕਾਰ ਦੇਸ਼ ਦਾ ਪਹਿਲਾ ਮੈਡੀਕਲ ਉਪਕਰਨ ਪਾਰਕ ਜਿਹੜਾ ਸਥਾਪਿਤ ਕਰੇਗੀ। ਤਾਂ ਜੀ ਇਹ ਕਰੇਗੀ ਹੁਣ ਕੇਰਲ ਸਟੇਟ ਦੇ ਵਿੱਚ। ਆਪਣੀ ਭਾਰਤ ਸਰਕਾਰ ਦੇਖੋ ਜੀ ਕੁਐਸਚਨ ਇੰਪੋਰਟੈਂਟ ਬਣੇਗਾ ਕਿਉਂਕਿ ਦੇਸ਼ ਦਾ ਪਹਿਲਾ ਗਾ ਇਹ ਮੈਡੀਕਲ ਉਪਕਰਨ ਪਾਰਕ ਕੇਰਲ ਵਿੱਚ ਇਹ ਬਣਾਇਆ ਜਾਵੇਗਾ। ਤਾਂ ਗੱਲ ਕੇਰਲ ਦੀ ਹੈ। ਕੇਰਲ ਨੂੰ ਵੈਸੇ ਗਾਰਡਨ ਆਫ ਸਪਾਈਸਿਸ ਕਹਿੰਦੇ ਜਾਣੀ ਕਿ ਮਸਾਲਿਆਂ ਦਾ ਬਾਗ ਕਿਹਾ ਜਾਂਦਾ। ਬਾਕੀ ਕੈਪੀਟਲ ਦਾ ਇੱਥੇ ਤ੍ਰਿਵੰਦਰਪੁਰਮ ਹੈ ਜੀ। ਗਵਰਨਰ ਹੈਗੇ ਨੇ ਆਰਿਫ ਮੁਹੰਮਦ ਖਾਨ ਸਾਹਿਬ ਹੈਗੇ ਨੇ ਔਰ ਇੱਥੋਂ ਦੇ ਜਿਹੜੇ ਮੁੱਖ ਮੰਤਰੀ ਨੇ ਯਾਦ ਰੱਖਣਾ P ਬਿਜੇਨ। ਠੀਕ ਹੈ ਨਾ, P ਬਿਜੇਨ ਸਾਹਿਬ ਇੱਥੇ ਮੁੱਖ ਮੰਤਰੀ ਨੇਗੇ। ਬਾਕੀ ਇਸ ਤੋਂ ਇਲਾਵਾ ਗੱਲ ਕੇਰਲ ਦੀ ਕਰੀਏ ਤਾਂ ਆਪਾਂ ਨੇ ਥੋੜ੍ਹੇ ਦਿਨ ਪਹਿਲਾਂ ਹੀ ਪੜ੍ਹਿਆ ਸੀਗਾ ਵੀ ਆਪਣਾ ਜਿਹੜਾ ਸਭ ਤੋਂ ਵੱਧ ਪੜ੍ਹਿਆ ਲਿਖਿਆ ਸਟੇਟ ਹੈਗਾ ਇਹਦੀ ਰਿਪੋਰਟ ਜਾਰੀ ਕੀਤੀ ਸੀ ਨੈਸ਼ਨਲ ਸਟੈਟਿਸਟਿਕ ਆਫਿਸ ਦੇ ਵੱਲੋਂ। ਤਾਂ ਉਹ ਕੇਰਲ ਹੀ ਹੈਗਾ ਗਾ। ਲਗਭਗ 96.2% ਲੋਕ ਇੱਥੇ ਪੜ੍ਹੇ ਲਿਖੇ ਨੇ ਜੀ। ਔਰ ਇਸ ਤੋਂ ਇਲਾਵਾ ਇੱਕ ਹੋਰ ਰਿਪੋਰਟ ਵੀ ਆਈ ਸੀ ਵੈਸੇ, ਉਹ ਰਿਪੋਰਟ ਦਾ ਨਾਮ ਸੀ ਸਟੇਟ ਆਫ ਯੰਗ ਚਾਈਲਡ ਰਿਪੋਰਟ। ਇਸ ਰਿਪੋਰਟ ਦੇ ਵਿੱਚ ਵੀ ਟੌਪ 'ਤੇ ਰਿਹਾ ਸੀ ਕੇਰਲ। ਠੀਕ ਹੈ। ਸੋ ਇਹ ਧਿਆਨ ਵਿੱਚ ਰੱਖਣਾ ਕੇਰਲ ਬਾਰੇ। ਬਾਕੀ ਜੇ ਕੇਰਲ ਦੀ ਗੱਲ ਤਾਂ ਕੁਝ ਰੀਸੈਂਟ ਦੀਆਂ ਨਿਊਜ਼ ਨੇ ਉਹ ਜ਼ਰੂਰ ਰਿਵਾਈਜ਼ ਕਰਾਂਗੇ। ਜਿਵੇਂ ਕਿ ਕੇਰਲ ਨੇ ਰੀਸੈਂਟ ਦੇ ਵਿੱਚ ਜੀ ਨਮਤ ਬਸਾਈ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਸੀਗਾ ਕਿਉਂਕਿ ਜਿੱਥੇ ਵੀ ਕੇਰਲ ਵਿੱਚ ਆਦੀਵਾਸੀ ਬੱਚੇ ਨੇ ਉਹਨਾਂ ਨੂੰ ਤਾਂ ਕਿ ਉਹਨਾਂ ਦੀ ਜਿਹੜੀ ਆਦੀਵਾਸੀ ਜਾਣੀ ਕਿ ਮਾਤ ਭਾਸ਼ਾ ਉਹਨਾਂ ਨੂੰ ਸਿਖਾਈ ਜਾ ਸਕੇ। ਇਸ ਤੋਂ ਇਲਾਵਾ ਕੇਰਲ ਨੇ ਹੀ ਡਰੀਮ ਕੇਰਲ ਪ੍ਰੋਜੈਕਟ ਨੂੰ ਵੀ ਸ਼ੁਰੂ ਕੀਤਾ ਸੀ ਜੀ। ਔਰ ਇਸ ਤੋਂ ਇਲਾਵਾ ਕੇਰਲ ਦੇ ਵੱਲੋਂ ਖਾਦ ਵਨ ਪ੍ਰਯੋਜਨਾ ਨੂੰ ਸ਼ੁਰੂ ਕੀਤਾ ਗਿਆ ਸੀਗਾ। ਔਰ ਇਸ ਤੋਂ ਇਲਾਵਾ ਇੱਕ ਜੀਓ ਬੈਂਸਿੰਗ ਨਾਂ ਦਾ ਐਪਲੀਕੇਸ਼ਨ ਹੈ ਉਹਨੂੰ ਯੂਜ਼ ਕਰਨ ਵਾਲਾ ਸਭ ਤੋਂ ਪਹਿਲਾ ਸਟੇਟ ਬਣਿਆ ਸੀਗਾ ਕੇਰਲ। ਕੇਰਲ ਵਿੱਚ ਅੱਛਾ ਇੱਕ ਮੰਦਿਰ ਹੈ ਸਬਰੀਮਾਲਾ ਮੰਦਿਰ। ਕਈ ਵਾਰ ਐਗਜ਼ਾਮ ਵਿੱਚ ਆਇਆ ਵੀ ਸਬਰੀਮਾਲਾ ਮੰਦਿਰ ਦੱਸੋ ਕਿੱਥੇ ਆ, ਤਾਂ ਆਨਸਰ ਕਰਨਾ ਕੇਰਲ ਵਿੱਚ। ਬਾਕੀ ਇਸ ਤੋਂ ਇਲਾਵਾ ਅਗਰ ਆਪਾਂ ਕੇਰਲ ਦੀ ਗੱਲ ਕਰੀਏ ਤਾਂ ਇਹਨਾਂ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਸੀ ਮੈਂ ਵੀ ਡਿਜੀਟਲ ਹੂੰ। ਠੀਕ ਹੈ ਨਾ, ਇੱਕ ਸਾਖਰਤਾ ਮੁਹਿੰਮ ਹੈਗੀ ਸੀ ਜਾਣੀ ਕਿ ਪੜ੍ਹੇ ਲਿਖਿਆਂ ਲਈ ਮੁਹਿੰਮ ਹੈਗੀ ਸੀ। ਔਰ ਇਸ ਤੋਂ ਇਲਾਵਾ ਜੀ ਜੁਧਾਊ ਨਾਂ ਦਾ ਐਪਲੀਕੇਸ਼ਨ ਲਾਂਚ ਕੀਤਾ ਸੀ ਤਾਂ ਕਿ ਜਿਹੜੇ ਡਰੱਗ ਮਾਫੀਆ ਉਹਨੂੰ ਖਤਮ ਕੀਤਾ ਜਾ ਸਕੇ ਕੇਰਲ ਦੇ ਵਿੱਚੋਂ। ਔਰ ਇਸ ਤੋਂ ਇਲਾਵਾ ਕੇ ਫੋਨ ਨਾਂ ਦਾ ਵੀ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਸੀਗਾ ਤਾਂ ਕਿ ਕੇਰਲ ਵਿੱਚ ਫ੍ਰੀ ਇੰਟਰਨੈੱਟ ਸੇਵਾ ਜਿਹੜੀ ਉਹ ਦਿੱਤੀ ਜਾ ਸਕੇ। ਔਰ ਇਸ ਤੋਂ ਇਲਾਵਾ ਜੀ ਬ੍ਰੇਕ ਦੀ ਚੇਨ ਨਾਂ ਦਾ ਇੱਕ ਵੀ ਅਭਿਆਨ ਵੀ ਲਾਂਚ ਕੀਤਾ ਸੀ ਕੇਰਲ ਦੇ ਦੁਆਰਾ। ਔਰ ਇਸ ਤੋਂ ਇਲਾਵਾ ਜੀ
केरल वाले एक होर वैरी वैरी इंपोर्टेंट क्वेश्चन दस दांगा। केरल की हुण पहली महिला DGP बनी सीगी, ठीक है, DGP बनी सी और इन्हां दा नाम सीगा जी R श्रीलेखा, ठीक है। सो इन्हां दा नाम वैरी वैरी इंपोर्टेंट मार्क करना, ये ध्यान में रखना। सो गल करते हुण अज दे अगले क्वेश्चन बारे जी। विच स्टेट गवर्नमेंट हैज़ लॉन्च दी फार्मर वैलफेयर स्कीम, किस राज सरकार ने किसान भलाई स्कीम नूं चलाया हैगा गा? तो जी ये चलाया गया गा मध्य प्रदेश के वलों। देखो जी मध्य प्रदेश सरकार ने हुण इस स्कीम के तहत देखो किसान भलाई स्कीम, देखो ये तो पहले तुहानूं एक क्वेश्चन होर दसना चाहुंदा। अपने एक सेंटर की स्कीम चली थोड़ा टाइम पहला, शायद पिछले साल चलदी सीगी वो स्कीम का नाम सी किसान सम्मान निधि योजना। तुहानूं पता भी होगा, देखो अपने खात्यां विच जिहड़े हर साल जिहड़े किसानां दे खात्यां विच 6,000 रुपया पाउंदी है सरकार, यानी कि 2-2 हज़ार रुपया करके किस्त जी आउंदी हुंदी है जिहड़ी, ठीक है। तो वो स्कीम के बिल्कुल तर्ज ते स्कीम शुरू की हुण मध्य प्रदेश सरकार ने किसान भलाई स्कीम। देखो सेंट्रल स्कीम तो मिलता सी 6,000 रुपया पर साल का, और किसान भलाई स्कीम के दिता जाएगा जिहड़ा मध्य प्रदेश सरकार वालों 4,000 रुपया, ठीक है ना। तो हुण मध्य प्रदेश के जिहड़े किसान ने उन्होंने किसान भलाई स्कीम तो किसान सम्मान निधि स्कीम दोनों स्कीमों का ही लाभ मिलेगा। बाकी स्कीमां चलाइयां कदे वास्ते जा रही ने, मेन गल क्योंकि अपने जिहड़ी सेंटर गवर्नमेंट है ये द्वारा क्या गया सी भी किसान की जिहड़ी आमदनी है 2022 तक दुगनी करांगे। लगता तो है नहीं भी दुगनी करनगे, उदों घटाउणगे ही मैनूं लगदा, ठीक है, जिस हिसाब नाल हालात बन रहे नेगे। बाकी चलो आप करंट अफेयर न्यूज़ की गल कर रहे सी मध्य प्रदेश बारे। मध्य प्रदेश की कैपिटल तो जी भोपाल हैगी। मध्य प्रदेश के अगर CM की गल करिए शिवराज चौहान साहब हैगे ने, और मध्य प्रदेश के गवर्नर की गल करिए तो आनंदीबेन पटेल इत्थे गवर्नर हैगी। सो गल करते अज दे अगले क्वेश्चन बारे। हुण कहते कित्थे 107वीं इंडियन साइंस कांग्रेस का आयोजन किया गया सीगा, ठीक है ना। तो ये जिहड़ी हुई सी 107वीं हुई सी, ठीक है ना, इंडियन साइंस कांग्रेस। तो ये हुई सी जी इस बारी बेंगलुरु शहर दे विच। देखो जी जिहड़ी ये समिट हैगी इंडियन साइंस कांग्रेस, इसकी शुरुआत की गई सी 1914 के, तो 1914 तो हर साल लगातार ये जिहड़ी हुंदी आ रही हैगी। तो इस साल हुई सी बेंगलुरु के विच। अगर आप बेंगलुरु की गल करिए तो एग्रीकल्चर यूनीवर्सिटी कैंपस के विच इसनूं आयोजित किया गया सीगा। और इसका एक गल होर थीम जे ध्यान में रखना गा, ठीक है, थीम हैगा सीगा साइंस एंड टैक्नोलॉजी विलेजेस डिवेलपमेंट। इहदे इस बार थीम हैगी सी, तो थीम इंपोर्टेंट बनेगा, ठीक है। सो गल करते हैं जी अगले क्वेश्चन बारे। हू इज़ इनकलूडिड इन AFC टास्क फोर्स, किस नूं कहंदे AFC टास्क फोर्स विच शामिल किया गया है? तो जी हुण गिरिजा मुगली नूं शामिल किया गया है AFC टास्क फोर्स। देखो ये हैगा की हैगा, वैसे अगर आप AFC की गल करिए तो यह पूरा नाम है एशियन फुटबाल कॉन्फेडरेशन, ठीक है ना। तो इस दे विच शामिल किया गया कमेटी एक तरह की गिरिजा मुगली नूं, ठीक है ना। अगर आप गल करिए भी AFC का काम की है, देखो जिहड़ा भी अपना एशिया कॉन्टीनेंट है एंड आस्ट्रेलिया, ਉਹਦੇ जिन्ने भी फुटबाल क्लब नेगे उन्होंने नियमित करना ਇਹਦੀ ਜ਼ਿੰਮੇਵਾਰੀ हैगी AFC। तो ਇਹਦਾ ਹੁਣ एक मैंबर चुनिया गया गिरिजा मुगली नूं, ठीक है। सो ध्यान में रखना अपने इंडियन ने तो इंपोर्टेंट नाम बनेगा। बाकी गिरिजा मुगली की अगर आप गल करिए तो एक रिटायर्ड करनल हैगे नेगे, और इस तो इलावा गिरिजा मुगली की गल करिए तो एट प्रैजेंट आल इंडिया फुटबाल एसोसीएशन के भी मैंबर बने हुए हैं गिरिजा मुगली साहब, ठीक है। सो ये ध्यान में रखना, ये भी क्वेश्चन इंपोर्टेंट बन सकता है। सो गल करते हैं जी अगले क्वेश्चन बारे। हू हैज़ सक्सैसफुली टेस्टिड द मीनिंग ऑफ अभ्यास, कहते किसने अभ्यास को सफलतापूर्वक परखिया है? देखो जी अभ्यास जो सफलतापूर्वक परखिया गया DRDO के द्वारा। देखो अभ्यास हैगा की आ, ये एक तरह का ड्रोन है जो अलग अलग जिहड़ियां मिसाइलां होंदियां उन्होंने सफलतापूर्वक लॉन्च करने में हेल्प करेगा। तो इनू जी सफलतापूर्वक यह टैसट किया गया हुण DRDO के द्वारा। बाकी DRDO की गल करिए तो पूरा नाम हुंदा गा डिफेंस रिसर्च एंड डिवेलपमेंट ऑर्गेनाइजेशन, ठीक है। और इसकी स्थापना हुई सी अपने भारत में 1958 के। अच्छा 1958 ना नासा की भी स्थापना हुई सी अमेरिका के, ठीक है, वो भी तुसीं ध्यान में रख सकते हो। बाकी इसके ऑफिस की गल करिए तो नवी दिल्ली में ऑफिस है जी। और ये अगर आप एट प्रैजेंट हैड की गल करिए तो G सतीश रेड्डी साहब एट प्रैजेंट ये चेयरमैन बने हुए हैं, ठीक है ना। बाकी G सतीश रेड्डी बारे अपने पढ़िया भी इन्होंने बारे, वैसे तो भी इन्हों का जो कार्यकाल है 2 सालों वास्ते एक्सटेंड भी किया गया, अपने पढ़ी भी हैगी है न्यूज़, ठीक है। बाकी जी DRDO बारे ही गल करिए तो ये बारे 1-2 न्यूज़ इंपोर्टेंट बन गई, जिमें कि अपने पढ़िया ही सीगा जो DRDO है इन्हें रीसेंट एक एंटी ड्रोन सिस्टम भी लॉन्च किया सी जी। और इस तो इलावा DRDO ने ही
ਇੱਕ ਭਾਰਤ ਨਾਂ ਦੀ ਸਟੀਕ ਨਿਗਰਾਨੀ ਲਈ ਡਰੋਨ ਤਿਆਰ ਕੀਤਾ ਸੀਗਾ ਆਪਣੀ ਇੰਡੀਅਨ ਆਰਮੀ ਵਾਸਤੇ, ਠੀਕ ਹੈ ਨਾ। ਨਾਮ ਸੀ ਉਹਦਾ ਭਾਰਤ, ਠੀਕ ਹੈ। ਸੋ ਗਾਇਸ, ਅਗਰ ਤੁਹਾਨੂੰ ਇਹ ਕਲਾਸ ਵਧੀਆ ਲੱਗਦੀ ਹੈ ਤਾਂ ਕਲਾਸ ਨੂੰ ਜ਼ਰੂਰ ਇੱਕ ਵਾਰੀ ਲਾਈਕ ਕਰਿਆ ਕਰੋ ਔਰ ਇੱਕ ਨਾ ਬੈਲ ਆਈਕਨ ਜ਼ਰੂਰ ਦਬ ਲਿਆ ਕਰੋ, ਠੀਕ ਹੈ ਨਾ। ਕਿਉਂਕਿ ਜਦੋਂ ਆਉਣ ਵਾਲੀ ਵੀਡੀਓ ਹੁੰਦੀ ਹੈ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਂਦੀ ਹੈਗੀ ਔਰ ਤੁਸੀਂ ਜਦੋਂ ਵੀਡੀਓ ਅਪਲੋਡ ਹੁੰਦੀ ਹੈ ਨਾਲ ਦੀ ਨਾਲ ਦੇਖ ਸਕਦੇ ਹੋਗੇ, ਠੀਕ ਹੈ ਨਾ। ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ। ਸੋ ਗੱਲ ਕਰਦੇ ਆ ਜਿਹੜੇ ਹੁਣ ਅਗਲੇ ਕੁਐਸਚਨ ਬਾਰੇ ਜੀ। ਹੂ ਬਿਕਮ ਦੀ ਫਸਟ ਅਮਰੀਕਨ ਪਲੇਅਰ ਟੂ ਜੁਆਇਨ ਦੀ IPL ਲੀਗ। ਕਹਿੰਦੇ IPL ਲੀਗ ਵਿੱਚ ਸ਼ਾਮਿਲ ਹੋਣ ਵਾਲਾ ਪਹਿਲਾ ਅਮਰੀਕੀ ਖਿਡਾਰੀ ਕੌਣ ਬਣ ਗਿਆ, ਅਤੇ ਕੁਐਸਚਨ ਨੂੰ ਇੰਪੋਰਟੈਂਟ ਮਾਰਕ ਕਰ ਸਕਦੇ ਹੋਗੇ। ਤਾਂ ਇਹ ਬਣਿਆ ਜੀ ਅਲੀ ਖਾਨ, ਠੀਕ ਹੈ ਨਾ। ਅਲੀ ਖਾਨ ਪਹਿਲੇ ਅਮਰੀਕੀ ਖਿਡਾਰੀ ਬਣ ਚੁੱਕੇ ਆ ਜਿਨ੍ਹਾਂ ਨੇ IPL ਨੂੰ ਜੁਆਇਨ ਕੀਤਾ ਗਾ। ਅਲੀ ਖਾਨ ਦੀ ਗੱਲ ਕਰੀਏ ਤਾਂ ਇਹ ਕੋਲਕਾਤਾ ਨਾਈਟ ਰਾਈਡਰਸ ਟੀਮ ਨੂੰ ਬਣਨਗੇ। ਤਾਂ ਅਜਿਹਾ ਕਰਨ ਵਾਲੇ ਇਹ ਅਮਰੀਕਾ ਦੇ ਪਹਿਲੇ ਵਿਅਕਤੀ ਬਣ ਚੁੱਕੇ ਨੇਗੇ ਅਲੀ ਖਾਨ। ਅਲੀ ਖਾਨ ਇੱਕ ਤੇਜ਼ ਗੇਂਦਬਾਜ਼ ਹੈਗੇ ਨੇ ਜੀ। ਸੋ ਹੁਣ ਇਹ IPL ਵਿੱਚ ਪਰਫੋਰਮ ਕਰਨਗੇ। ਬਾਕੀ ਗੱਲ IPL ਦੀ ਹੈ। IPL ਮੈਨ ਕੀ ਹੁੰਦਾ ਗਾ, ਇੰਡੀਅਨ ਪ੍ਰੀਮੀਅਰ ਲੀਗ। ਇਸ ਵਾਰ ਇਹਦਾ 13ਵਾਂ ਐਡੀਸ਼ਨ ਚੱਲ ਰਿਹਾ ਜੀ। ਹੁਣ ਕਿੱਥੇ ਚੱਲ ਰਿਹਾ ਹੈਗਾ, UAE ਕੰਟਰੀ ਦੇ ਵਿੱਚ ਇਹ ਇਸ ਵਾਰ ਹੋ ਰਹੀ ਹੈਗੀ, ਠੀਕ ਹੈ, ਧਿਆਨ ਵਿੱਚ ਰੱਖਿਓ। ਬਾਕੀ ਜੀ ਇਓਨ ਮੋਰਗਨ ਦੀ ਗੱਲ ਕਰਦੇ ਹਾਂ, ਆਪਸ਼ਨ ਨੰਬਰ B ਬਾਰੇ। ਇਹਨਾਂ ਬਾਰੇ ਆਪਾਂ ਨੇ ਪੜ੍ਹਿਆ ਵੀ ਹੈਗਾ ਸੀਗਾ ਇਓਨ ਮੋਰਗਨ ਬਾਰੇ। ਸਭ ਤੋਂ ਵੱਧ ਛਿੱਕੇ ਲਗਾਉਣ ਵਾਲੇ ਜਿਹੜੇ ਕਪਤਾਨ ਨੇ ਹੁਣ ਇੰਟਰਨੈਸ਼ਨਲ ਤੌਰ 'ਤੇ ਅਗਰ ਆਪਾਂ ਗੱਲ ਕਰੀਏ ਤਾਂ ਇਓਨ ਮੋਰਗਨ ਬਣ ਚੁੱਕੇ ਨੇ। ਇੰਗਲੈਂਡ ਟੀਮ ਦੇ ਕੈਪਟਨ ਇਹ ਹੈਗੇ ਨੇ। ਸਟੂਅਰਟ ਬਰੋਡ ਬਾਰੇ ਅਗਰ ਆਪਾਂ ਗੱਲ ਕਰੀਏ ਤਾਂ ਇਹਨਾਂ ਬਾਰੇ ਆਪਾਂ ਨੇ ਪੜ੍ਹਿਆ ਸੀਗਾ। ਤਾਂ ਇਹਨਾਂ ਨੇ 500 ਟੈਸਟ ਜਿਹੜੀਆਂ ਮੈਚਾਂ ਦੇ ਵਿੱਚ ਜਿਹੜੀਆਂ ਵਿਕਟਾਂ ਲਈਆਂ ਨੇਗੀਆਂ। ਤਾਂ ਅਜਿਹੇ ਕਰਨ ਵਾਲੇ ਦੁਨੀਆ ਦੇ 7ਵੇਂ ਗੇਂਦਬਾਜ਼ ਇਹ ਬਣ ਚੁੱਕੇ ਨੇ, ਠੀਕ ਹੈ। ਸੋ ਇਹਨਾਂ ਬਾਰੇ ਵੀ ਧਿਆਨ ਵਿੱਚ ਰੱਖਿਓ। ਬਾਕੀ ਉਸ ਤੋਂ ਇਲਾਵਾ ਆਪਾਂ ਨੇ ਸ਼ਾਇਦ ਕੱਲ੍ਹ ਪਰਸੋਂ ਹੀ ਪੜ੍ਹਿਆ ਸੀਗਾ ਵੀ ਮਹਿੰਦਰ ਸਿੰਘ ਧੋਨੀ IPL ਦੇ ਵਿੱਚ ਇੱਕੋ ਟੀਮ ਲਈ 100 ਮੈਚ ਲਗਾਤਾਰ ਜਿੱਤੇ, ਮਤਲਬ ਲਗਾਤਾਰ ਨਹੀਂ 100 ਮੈਚ ਜਿੱਤੇ ਨੇ IPL ਦੇ ਵਿੱਚ। ਤਾਂ ਅਜਿਹਾ ਕਰਨ ਵਾਲੇ ਪਹਿਲੇ ਕਪਤਾਨ ਬਣ ਚੁੱਕੇ ਨੇ ਮਹਿੰਦਰ ਸਿੰਘ ਧੋਨੀ। ਅੱਛਾ, ਮਹਿੰਦਰ ਸਿੰਘ ਧੋਨੀ ਕਿਹੜੀ ਟੀਮ ਤੋਂ ਖੇਡਦੇ ਆ? ਤਾਂ ਯਾਦ ਰੱਖਣਾ ਚੇਨਈ ਸੁਪਰ ਕਿੰਗਸ ਤੋਂ ਖੇਡਦੇ ਨੇਗੇ।